ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਠੂਦਾ ਪਾਂਡੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਫਤਿਹ ਕਿਸਾਨਾਂ ਨੂੰ ਮਿਲੀ ਹੈ, ਕਿਸਾਨ ਇਹ ਕਹਿੰਦੇ ਆ, ਸੰਯੁਕਤ ਕਿਸਾਨ ਮੋਰਚਾ ਵੀ ਕਹਿੰਦਾ ਹੈ, ਪਰ ਨਾਲ ਹੀ ਇਹ ਕਹਿੰਦੇ ਆ ਕਿ ਚੋਣਾਂ ਨਹੀਂ ਲੜਨੀਆਂ। ਕਿਹਾ ਕੁਝ ਕਹਿੰਦੇ ਆ ਚੋਣਾਂ ਲੜਨੀਆਂ ਚਾਹੀਦੀਆਂ, ਗਰੁੱਪਾਂ 'ਚ ਵੰਡੇ ਤਾਂ ਨਹੀਂ ਗਏ ਕਿਸਾਨ। ਇਹ ਸਵਾਲ ਇਸ ਕਰਕੇ ਹੋ ਰਿਹਾ ਕਿਉਂਕਿ ਸੋਸ਼ਲ ਮੀਡੀਆ ਤੇ ਇੱਕ ਬਹਿਸ ਚੱਲਦੀ ਪਈ ਹੈ ਕਿ ਇਸ ਸ਼ਖਸ ਨੂੰ ਇਹ ਪਾਰਟੀ ਆਪਦਾ CM ਫੇਸ ਐਲਾਨ ਸਕਦੀ ਹੈ, ਇਹ ਕਿਸਾਨ ਆ ਆਪਦੀ ਵੱਖਰੀ ਧਿਰ ਬਣਾ ਸਕਦੇ ਆ। ਇਸੇ ਕਰਕੇ ਹੁਣ ਅਲੱਗ-ਅਲੱਗ ਤਰ੍ਹਾਂ ਦੇ ਗਰੁੱਪ ਖੜੇ ਹੋ ਗਏ ਆ ਜਿਹੜੇ ਕਹਿੰਦੇ ਆ ਕਿ ਜੇ ਵੋਟਾਂ ਵਿੱਚ ਖੜੇ ਹੋ ਗਏ ਅਸੀਂ ਵਿਰੋਧ ਕਰਾਂਗੇ। ਉਹ ਖੁਦ ਕਿਸਾਨ ਯੂਨੀਅਨ ਦੇ ਆਗੂ ਹੈ, ਉਹ ਇਹ ਵੀ ਕਹਿਣਾ ਸ਼ੁਰੂ ਕਰਕੇ ਹੈ। ਪਰ ਕੀ ਕਿਸਾਨਾਂ ਨੂੰ ਪੋਲੀਟੀਕਲ ਪਾਰਟੀ ਬਣਾਉਣ ਦਾ ਹੱਕ ਨਹੀਂ? ਕੀ ਕਿਸਾਨਾਂ ਨੂੰ ਪੋਲੀਟੀਕਲ ਪਾਰਟੀ ਵਿੱਚ ਜਾਣ ਦਾ ਹੱਕ ਨਹੀਂਗਾ? ਇਹ ਸਾਰੇ ਸਵਾਲ ਹੁਣ ਲਾਜ਼ਮੀ ਹੈ। ਕਿੱਥੇ ਜਾ ਕੇ ਸਿਆਸਤ ਰੁਕਤੀ ਹੈ ਕੀ ਹੈ, ਇਹ ਸਾਰੇ ਸਵਾਲ ਕਰਾਂਗੇ। ਪਰ ਵੱਡਾ ਸਵਾਲ ਇਹ ਕਰਾਂਗੇ, ਫਤਿਹ ਤੋਂ ਅੱਗੇ ਕਿਹੜੀ ਜੰਗ? बड़ा सवाल इस चर्चा के असीं ये पूछण जा रहे हैं कि किसानों को प्रैशर ग्रुप की बजाय पोलीटिकल ग्रुप का हिस्सा बनना चाहिए। इस सवाल पर चर्चा होगी। जिहड़ा पैनल साडे नाल है वो पोलीटिकल धिरां दे नाल किन्नी क वाकिफत रखदा, असीं उन्हां नूं समझण की कोशिश करांगे जां ओह किसानां दे ही पक्ष विच गल करांगे जां किसानां दे विरोध करनगे जां समझांगे। मोहम्मद खालिद पोलीटिकल एनालिस्ट ने, बड़ी देर बाद अज साडे नाल चर्चा विच बैठ रहे हैं। मोहम्मद खालिद पोलीटिकल साइंस के स्टूडेंट तैयार करते, आपदे आप नूं हमेशा कहंदे मैं स्टूडेंट है पोलीटिकल साइंस का, पर राजनीति है जिहड़ी ਉਹ ਇਹਨਾਂ ਦੇ ਕੋਲੋਂ ਹੋ ਕੇ ਲੰਘਦੀ ਹੈ, ਇਹਨਾਂ ਦੇ ਅੱਗੋਂ ਲੰਘਦੀ, ਇਸ ਕਰਕੇ ਇਹਨਾਂ ਨੂੰ ਸੱਦਿਆ। ਮੁਹੰਮਦ ਖਾਲਿਦ ਤੁਹਾਡਾ ਬਹੁਤ ਸਵਾਗਤ ਹੈ। ਹਰਨੇਕ ਸਿੰਘ ਮਹਿਮਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਨੁਮਾਇੰਦੇ ਆ। ਮਹਿਮਾ ਸਾਹਿਬ ਦੀ ਪਾਰਟੀ ਕਹਿੰਦੀ ਹੈ ਹਮੇਸ਼ਾ ਕਿ ਸਾਡੇ ਤਾਂ ਸੰਵਿਧਾਨ ਵਿੱਚ ਲਿਖਿਆ ਹੋਇਆ ਇਲੈਕਸ਼ਨ ਦੇ ਏਜੰਡੇ ਬਾਰੇ, ਪਰ ਮਹਿਮਾ ਸਾਹਿਬ ਜਿਹੜੇ ਧਿਰ ਨਾਲ ਜੁੜੇ ਹੋਏ ਆ ਸੰਯੁਕਤ ਕਿਸਾਨ ਮੋਰਚੇ ਨਾਲ, ਉਹ ਕੀ ਸੋਚਦਾ ਹੈਗਾ ਕਿ ਉਹਦਾ ਕੋਈ ਸੰਵਿਧਾਨ ਹੈਗਾ ਜਾਂ ਉਹਦਾ ਕੋਈ ਇਹੋ ਜਿਹੀ ਸ਼ਰਤ ਹੈਗੀ ਆ ਵੀ ਪੋਲੀਟੀਕਲ ਪਾਰਟੀਆਂ ਵਿੱਚ ਨਹੀਂ ਜਾਣਾ, ਜਾਂ ਸਿਰਫ ਬਿਆਨਬਾਜ਼ੀਆਂ ਹੋ ਰਹੀਆਂ? ਇੱਕ ਲੀਡਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਜਿਹਨੇ ਪੋਲੀਟੀਕਲ ਪਾਰਟੀ ਜਾਣਾ SKM ਛੱਡਣਾ ਪਊਗਾ। ਇਹ ਮਹਿਮਾ ਸਾਹਿਬ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਹਿਮਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਧੰਨਵਾਦ। ਕਮਲਜੀਤ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਨੁਮਾਇੰਦੇ ਆ। ਕਮਲਜੀਤ ਸਿੰਘ ਹਰਾਂ ਦੀਆਂ ਬੜੀਆਂ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ, ਸੰਯੁਕਤ ਕਿਸਾਨ ਮੋਰਚਾ ਦੇ ਪਲੇਟਫਾਰਮ ਤੋਂ ਲਗਾਤਾਰ ਬੋਲਦੇ ਰਹੇ ਆ। ਇਹਨਾਂ ਦੀ ਧਿਰ ਜੀ ਰੁਲਦੂ ਸਿੰਘ ਮਾਨਸਾ ਹਰਾਂ ਵਾਲੀ, ਉਹ ਕਿਸ ਤਰੀਕੇ ਨਾਲ ਸੋਚਦੇ ਆ? ਕਿਉਂਕਿ ਰੁਲਦੂ ਸਿੰਘ ਮਾਨਸਾ ਦਾ ਵੀ ਇੱਕ ਵੱਖਰਾ ਰੋਲ ਰਿਹਾ ਇਸ ਪੂਰੇ ਮੋਰਚੇ ਦੇ ਦੌਰਾਨ। ਇੱਥੋਂ ਤੱਕ ਇੱਕ ਵਾਰੀ ਨਾਰਾਜ਼ ਵੀ ਹੋ ਗਏ ਸੀ ਰੁਲਦੂ ਸਿੰਘ ਮਾਨਸਾ ਜਦੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਬੈਠਕ ਸੀਗੀ, ਪਰ ਉਸ ਤੋਂ ਬਾਅਦ ਆਏ ਸੀਗੇ ਕਹਿੰਦੇ ਝੰਡੀ ਲਾ ਕੇ ਆਏ ਤੇ ਝੰਡੀ ਲਾ ਕੇ ਗੱਡੀ ਅੰਦਰ ਜਾਊਗੀ, ਤੇ ਝੰਡੀ ਲੈ ਕੇ ਗੱਡੀ ਅੰਦਰ ਲੈ ਗਏ ਸੀ। ਕਮਲਜੀਤ ਸਿੰਘ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਹੁਣ ਕਿਹੜੀ ਝੰਡੀ ਚੱਕਣੀ ਹੈ। ਕਮਲਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਮੁਹੰਮਦ ਖਾਲਿਦ ਸਵਾਲ ਬੜੇ ਸਧਾਰਨ ਹੋਣਗੇ, ਪਰ ਮੈਨੂੰ ਲੱਗਦਾ ਜਵਾਬ ਜੇ ਤੁਸੀਂ ਦਿਓਗੇ ਜਦੋਂ, ਉਦੋਂ ਦਰਸ਼ਕਾਂ ਨੂੰ ਸਾਫ਼ ਹੋ ਜੂਗੀ ਸਥਿਤੀ। ਤੁਸੀਂ ਕੀ ਸੋਚਦੇ ਹੋ ਮੁਹੰਮਦ ਖਾਲਿਦ? ਕੀ ਕਿਸਾਨਾਂ ਨੂੰ ਸਿਆਸੀ ਧਿਰ ਬਣਾਉਣੀ ਚਾਹੀਦੀ ਹੈ ਜਾਂ ਕਿਸੇ ਸਿਆਸੀ ਧਿਰ ਵਿੱਚ ਐਂਟਰੀ ਕਰ ਲੈਣੀ ਚਾਹੀਦੀ ਹੈ CM ਫੇਸ ਜਾਂ ਕੋਈ ਹੋਰ ਉਹਦਾ ਲੈਣ ਵਾਸਤੇ? ਦੇਖੋ KP ਜੀ, ਇੱਕ ਹੁੰਦਾ ਪ੍ਰੈਸ਼ਰ ਗਰੁੱਪ ਤੇ ਇੱਕ ਹੁੰਦੀ ਹੈ ਪੋਲੀਟੀਕਲ ਪਾਰਟੀ। ਪ੍ਰੈਸ਼ਰ ਗਰੁੱਪ ਜਿਹੜਾ ਹੈਗਾ ਉਹ ਆਪਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਦਬਾਅ ਪਾ ਕੇ ਆਪਣਾ ਕੰਮ ਕਰਾਉਂਦਾ ਹੈ, ਉਹ ਆਪਣੇ ਇੰਟਰਸਟ ਨਾਲ, ਆਪਣੇ ਹਿੱਤ ਨਾਲ ਜੁੜਿਆ ਹੁੰਦਾ ਹੈ। ਜਿਸ ਵੇਲੇ ਤੁਸੀਂ ਪ੍ਰੈਸ਼ਰ ਗਰੁੱਪ ਤੋਂ ਆਪਣੇ ਆਪ ਨੂੰ ਪੋਲੀਟੀਕਲ ਪਾਰਟੀ 'ਚ ਟਰਾਂਸਫਾਰਮ ਕਰਦੇ ਹੋ ਤਾਂ ਤੁਸੀਂ ਇੱਕ ਪਾਵਰ ਸਟਰਗਲ ਦਾ ਹਿੱਸਾ ਬਣ ਜਾਂਦੇ ਹੋ। ਕਿਆ ਕਿਸਾਨ ਮੋਰਚਾ ਜਾਂ ਕਿਸਾਨੀ ਲੀਡਰ ਇਸ ਟਰਾਂਸਫਰਮੇਸ਼ਨ ਵਾਸਤੇ ਤਿਆਰ ਹੈ ਕਿ ਆਪਣੇ ਆਪ ਦਾ ਜਿਹੜਾ ਪ੍ਰੈਸ਼ਰ ਗਰੁੱਪ ਨੂੰ ਤਿਆਗ ਕੇ ਇੱਕ ਪੋਲੀਟੀਕਲ ਪਾਰਟੀ ਬਣ ਜਾਣ? ਦੂਸਰੀ ਚੀਜ਼ ਇਹ ਹੈਗੀ ਹੈ, ਕਿਆ ਉਹਦੇ ਬਾਰੇ ਕੋਈ ਸਹਿਮਤੀ ਹੈ? ਕਿਆ ਪ੍ਰੈਸ਼ਰ ਗਰੁੱਪ ਦੇ ਸਾਹਮਣੇ ਜਿੰਨੇ ਵੀ ਟੀਚੇ ਸੀਗੇ ਕਿਆ ਉਹ ਸਾਰੇ ਪੂਰੇ ਹੋ ਚੁੱਕੇ ਹੈ ਕਿ ਹੁਣ ਉਹ ਪਾਵਰ ਸਟਰਗਲ ਦਾ ਪਾਰਟ ਬਣ? ਕਿਆ ਅਗਰ ਪਾਵਰ ਸਟਰਗਲ ਦਾ ਪਾਰਟ ਬਣ ਗਏ ਕਿ ਸਿਰਫ ਕਿਸਾਨੀ ਦੇ ਮੁੱਦੇ ਤੇ ਹੀ ਉਹਨਾਂ ਨੇ ਆਪਣੇ ਆਪ ਨੂੰ ਲਾਮਬੰਦ ਕਰਨਾ ਇਲੈਕਸ਼ਨ ਵਾਸਤੇ, ਜਾਂ ਓਵਰਆਲ ਪੂਰੇ ਸਮਾਜ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਵਿੱਚ ਇੰਡਸਟਰੀ ਵੀ ਹੈ, ਉਹਦੇ ਵਿੱਚ ਐਗਰੀਕਲਚਰ ਵੀ ਹੈ, ਉਹਦੇ ਵਿੱਚ ਐਜੂਕੇਸ਼ਨ ਹੈ, ਹੈਲਥ ਹੈ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਫਿਰ ਤਾਂ ਤੁਹਾਨੂੰ ਉਹ ਕਰਨੀਆਂ ਪੈਣਗੀਆਂ। ਇਕੱਲੇ ਕਿਸਾਨੀ ਦੇ ਮੁੱਦੇ ਤੇ ਪਾਰਟੀ ਖੜੀ ਕਰਨੀ ਔਰ ਇਲੈਕਸ਼ਨ ਲੜਨਾ ਜਿਹੜਾ ਹੈਗਾ ਮੇਰੇ ਖਿਆਲ ਦੇ ਵਿੱਚ ਕਾਫੀ ਮੁਸ਼ਕਿਲ ਗੱਲ ਹੈ। ਉਹਦੇ ਵਾਸਤੇ ਜ਼ਰੂਰੀ ਹੈ ਕਿਉਂਕਿ ਪੋਲੀਟੀਕਲ ਪਾਰਟੀ ਜਿਹੜੀ ਹੈਗੀਆਂ ਸਮਾਜ ਦੇ ਹਰ ਤਰ੍ਹਾਂ ਦੀ ਚੀਜ਼ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰਦੀਆਂ। ਕਿਸਾਨ ਜਿਹੜਾ ਹੈਗਾ, ਕਿਸਾਨ ਅੰਦੋਲਨ, ਉਹ ਸਿਰਫ ਕਿਸਾਨੀ ਨਾਲ ਜੁੜਿਆ ਹੋਇਆ ਹੈ। ਚਲੋ ਕਮਲਜੀਤ ਸਿੰਘ ਤੁਹਾਡੀ ਧਿਰ ਕੀ ਸੋਚਦੀ ਹੈ? ਸਰ ਮੈਨੂੰ ਲੱਗਦਾ ਕਿ ਧਿਰ ਨੇ ਤੇ ਹਲੇ ਪੂਰੀ ਨੇ ਫੈਸਲਾ ਲੈਣਾ ਹੈ, ਲੇਕਿਨ ਮੈਂ ਜਦ ਇਸ ਡਿਬੇਟ 'ਚ ਬੈਠਾ ਮੈਂ ਆਪਣੀ ਪਰਸਨਲ ਕੈਪੈਸਿਟੀ ਦੇ ਵਿੱਚ ਵੀ ਕੁਝ ਸਵਾਲ ਇੱਥੇ ਰੱਖਾਂਗਾ ਕਿਉਂਕਿ ਇਹ ਡਿਬੇਟ ਹਲੇ ਓਪਨ ਡਿਬੇਟ ਹੈ, ਇਹਦੇ ਤੇ ਹਜੇ ਫਾਈਨਲ ਡਿਸੀਜਨਸ ਜਿਹੜੇ ਨੇ ਹੋਣੇ ਨੇ। ਮੈਨੂੰ ਇਹ ਲੱਗਦਾ ਪਰਸਨਲੀ ਵੀ ਇਹ ਠੀਕ ਹੈ ਗੱਲ ਵੀ ਕਿਸਾਨੀ ਜਿਹੜੀ ਹੈ ਉਹਨੂੰ ਪੋਲੀਟੀਕਲ ਪਾਰਟੀ ਬਣਾ ਦੇਣਾ, ਉਹ ਇੱਕ ਇਹ ਕਿ ਜਿਹੜਾ ਰੋਲ ਕਿਸਾਨੀ ਦਾ ਹੁਣ ਤੱਕ ਰਿਹਾ ਉਸ ਰੋਲ ਤੋਂ ਉਸਨੂੰ ਮੈਨੂੰ ਲੱਗਦਾ ਡਾਈਵਰਜ ਕਰ ਦੂ, ਉੱਥੋਂ ਡਾਈਵਰਸ ਕਰ ਦੂਗਾ, ਡਿਸਟਰੈਕਟ ਕਰ ਦੂਗਾ। ਦੂਜਾ ਮੈਨੂੰ ਇਹ ਲੱਗਦਾ ਕਿ ਉਹਦੇ ਨਾਲ ਅਸਲ ਦੇ ਵਿੱਚ
ਜੇ ਵਕਾਰ ਦੀ ਗੱਲ ਵੀ ਕਰੀਏ ਨਾ, ਆਪਾਂ ਕਿਉਂ ਕਿਸਾਨਾਂ ਤੋਂ ਐਡੀ ਵੱਡੀ ਉਮੀਦ ਹੋਈ ਹੈ ਕਿਸਾਨ ਆਗੂਆਂ ਤੋਂ ਲੋਕਾਂ ਨੂੰ? ਕਿਉਂਕਿ ਕਿਸਾਨ ਆਗੂਆਂ ਨੇ ਇੱਕ ਵਕਾਰ ਹਾਸਲ ਕੀਤਾ ਹੈ ਕਿ ਦੇਸ਼ ਦੀ ਰਾਜਨੀਤੀ ਉਹ ਕਰਨ ਲੱਗ ਪਈ ਜੋ ਪ੍ਰੈਸ਼ਰ ਕਿਸਾਨ ਅੰਦੋਲਨ ਨੇ ਬਿਲਡ ਕੀਤਾ, ਉਹਦੇ ਮੁਤਾਬਕ ਦੇਸ਼ ਦੀ ਰਾਜਨੀਤੀ ਨੂੰ ਚੱਲਣਾ ਪਿਆ। 117 ਦੀ ਅਸੈਂਬਲੀ ਪੰਜਾਬ ਦੀ ਤੇ 550 ਦੇ ਕਰੀਬ 550 ਦੇ ਕਰੀਬ MP ਜਿਹੜੇ ਨੇ ਉਹ ਦੇਸ਼ ਦੇ, ਉਹਨਾਂ ਨੂੰ ਫਾਈਨਲੀ ਉੱਦਾਂ ਕਰਨਾ ਪਿਆ ਜਿੱਦਾਂ ਸਾਡੀ ਇਸ ਅੰਦੋਲਨ ਨੇ ਮੰਗ ਕੀਤੀ। ਉਹ ਪ੍ਰੈਸ਼ਰ ਗਰੁੱਪ ਦੀ ਵਜ੍ਹਾ ਕਰਕੇ ਹੋਇਆ ਨਾ। ਹਾਂ, ਸਾਨੂੰ ਇਹ ਲੱਗਦਾ ਕਿ ਇਸ ਰੋਲ ਨੂੰ, ਐਡੇ ਵੱਡੇ ਰੋਲ ਨੂੰ, ਜਦੋਂ ਇੱਕ ਪ੍ਰੈਸ਼ਰ ਗਰੁੱਪ ਇਸ ਹੱਦ ਤੱਕ ਪਾਵਰਫੁਲ ਹੈ ਕਿ ਉਹ ਝੁਕਾ ਸਕਦਾ ਹੈ ਸਰਕਾਰਾਂ, ਸਿਆਸਤਾਂ ਨੂੰ ਝੁਕਾ ਸਕਦਾ ਹੈ, ਸਿਆਸਤਾਂ ਨੂੰ ਮੋਲਡ ਕਰ ਸਕਦਾ, ਮੋੜਾ ਦੇ ਸਕਦਾ। ਹਰ ਇੱਕ ਕੋਈ ਉਹਨਾਂ ਦੇ ਦਰਵਾਜ਼ੇ ਤੇ ਜਾ ਕੇ ਦੱਸ ਰਿਹਾ ਸੀ ਮੈਂ ਵੀ ਤੁਹਾਡੇ ਨਾਲ ਹਾਂ, ਮੈਂ ਵੀ ਤੁਹਾਡੇ, ਉਸ ਪੋਜੀਸ਼ਨ ਤੋਂ ਇਸ ਗੱਲ ਦੇ ਉੱਤੇ ਪਹੁੰਚ ਜਾਣਾ ਕਿ ਹੁਣ ਅਸੀਂ ਆਪ ਉਸੇ ਪੋਲੀਟੀਕਲ ਗੇਮ, ਮਤਲਬ ਮੈਨੂੰ ਲੱਗਦਾ ਇਹ ਉੱਪਰੋਂ ਥੱਲੇ ਆਉਣ ਵਾਲੀ ਗੱਲ ਹੈ, ਥੱਲੋਂ ਉੱਪਰ ਜਾਣ ਵਾਲੀ ਗੱਲ ਨਹੀਂ ਹੈ। ਤੁਹਾਨੂੰ ਲੱਗਦਾ ਕਿ ਇਸ ਰੋਲ ਨੂੰ ਰਾਜਨੀਤੀ ਵਿੱਚ ਕਨਵਰਟ ਨਹੀਂ ਕਰਨਾ ਚਾਹੀਦਾ? ਮੈਨੂੰ ਲੱਗਦਾ ਨਹੀਂ, ਇਹ ਰੋਲ ਨੂੰ ਸਿੱਧਾ ਐਜ਼ ਇਟ ਇਜ਼ ਕੋਈ ਰਾਜਨੀਤਿਕ ਪਾਰਟੀ ਬਣਾ ਦੇਣਾ ਅਸਲ ਨੂੰ ਇੱਕ ਇੰਪੋਰਟੈਂਟ ਰੋਲ ਨੂੰ ਖਾਰਜ ਕਰ ਦੇਣਾ। ਰਾਜਨੀਤਿਕ ਪਾਰਟੀ ਚਲੋ ਨਹੀਂ ਬਣਦੀ ਜੀ, ਕੀ ਰਾਜਨੀਤਿਕ ਪਾਰਟੀ ਵਿੱਚ ਸ਼ਮੂਲੀਅਤ ਕਰਨਾ ਗੁਨਾਹ? ਦੇਖੋ ਆਲਰੇਡੀ ਰਾਜਨੀਤਿਕ ਪਾਰਟੀਆਂ ਦੇ ਵਿੱਚ ਸਾਰੀ ਜਿਹੜੀ ਸੰਗਤ ਉੱਥੇ ਪਹੁੰਚੀ ਹੋਈ ਸੀ, ਉਹਨਾਂ ਦੀ ਵੀ ਬਹੁਤਿਆਂ ਦੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਸ਼ਮੂਲੀਅਤ ਹੈ ਸੀ। ਆਗੂਆਂ ਚੋਂ ਵੀ ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਦੇ ਨਾਲ ਜੁੜੇ ਹੋਏ ਰਹੇ ਨੇ, ਅੱਗੇ ਵੀ ਰਹਿਣਗੇ। ਸੋ ਉਹ ਰੋਲ ਜਿਹੜਾ ਹੈਗਾ ਉਹ ਬਲਕਿ ਉਹਨੂੰ ਰੀਥਿੰਕ ਕਰਨ ਦੀ ਲੋੜ ਹੈ, ਰੀਅਲਾਈਨਮੈਂਟ ਆਫ ਪੋਲਿਟਿਕਸ, ਮੁੜ ਕਤਾਰਬੰਦੀ ਜਿਹੜੀ ਪੋਲਿਟਿਕਸ ਦੀ, ਜਿਹੜੀ ਲਾਈਨ ਤੇ ਤੁਸੀਂ ਖੜੇ ਹੋ, ਮੈਨੂੰ ਲੱਗਦਾ ਰੁੱਲ ਸਿੰਘ ਮਾਨਸਾ ਜਾਂ ਤੁਹਾਡੀ ਸਾਰੀ ਧਿਰ ਵੀ ਉੱਥੇ ਖੜੀ ਹੋਊਗੀ। ਮੈਨੂੰ ਪੂਰੀ ਉਮੀਦ ਹੈ ਅਸੀਂ ਹਲੇ ਫਾਈਨਲ ਕਰਾਂਗੇ ਜਦੋਂ। ਚਲੋ ਹਰਨੇਕ ਸਿੰਘ ਜੀ, ਮੈਨੂੰ ਇਹ ਲੱਗਦਾ ਕਿ ਤੁਸੀਂ ਤਿੰਨੇ ਜਾਣੇ ਆ ਜਿਹੜੇ ਉਹ ਇੱਕੋ ਰੋਲ ਦੇ ਵਿੱਚ ਖੜੇ ਹੋ ਕਿ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਪਾਰਟੀ ਵਿੱਚ ਜਾਣਾ ਇਹ ਨਹੀਂ ਹੋਣਾ ਚਾਹੀਦਾ, ਕਿਸਾਨਾਂ ਨੂੰ ਨਹੀਂ ਕਰਨਾ ਚਾਹੀਦਾ। ਹਰਨੇਕ ਸਿੰਘ ਮੈਮਾ, ਇਸ ਤੋਂ ਅੱਗੇ ਕੋਈ ਰਾਹ ਨਹੀਂ ਤੁਹਾਨੂੰ ਲੱਗਦਾਗਾ? ਕਰਨਾ ਕੀ ਚਾਹੀਦਾ ਫਿਰ? ਨਹੀਂ, ਰਾਹ ਤਾਂ ਬਹੁਤ ਖੁੱਲਾ ਸਾਫ਼ ਰਸਤਾ ਹੈ ਔਰ ਮੈਨੂੰ ਲੱਗਦਾ ਹੈ ਅਸੀਂ ਆਪੋ ਆਪਣੀ ਸਮਝ ਦੇ ਮੁਤਾਬਕ ਆਪਣੇ ਆਪਣੇ ਰਸਤੇ ਤੇ ਤੁਰ ਰਹੇ ਹਾਂ। ਮੈਨੂੰ ਲੱਗਦਾ ਖਾਲਿਦ ਸਾਹਿਬ ਨੇ ਇੱਕ ਜਿਹੜਾ ਨਾਂ ਦਿੱਤਾ ਨਾ ਪ੍ਰੈਸ਼ਰ ਗਰੁੱਪ, ਬਹੁਤ ਵਧੀਆ, ਮੈਨੂੰ ਪਸੰਦ ਆਇਆ। ਤੇ ਵੇਖੋ ਹੁਣ ਕਿੰਨੀ ਦੇਰ ਆਪਾਂ ਇਸ ਸ਼ਬਦ ਨੂੰ ਦੁਹਰਾ ਸਕਨੇ ਆ, ਵਰ ਸਕਨੇ ਆ, ਪ੍ਰੈਸ਼ਰ ਗਰੁੱਪ। ਮੈਂ ਖਾਲਿਦ ਸਾਹਿਬ ਦੀ ਗੱਲ ਨਾਲ ਹੀ ਸਹਿਮਤ ਹਾਂ। ਜੇ ਮੈਂ ਸਾਰੀ ਦੁਹਰਾਵਾਂਗਾ ਤਾਂ ਟਾਈਮ ਜਿਹੜਾ ਵੇਸਟ ਹੋਵੇਗਾ। ਅੱਗੇ ਵਧਿਆ ਜਾ ਸਕਦਾ ਹੈ, ਅੱਗੇ ਵਧਣਾ ਚਾਹੀਦਾ, ਪਰ ਅੱਗੇ ਵਧਣਾ ਕੰਮ ਇੱਕ ਪਾਰਟੀ ਦਾ ਹੈ। ਉਹ ਪਾਰਟੀ ਜਿਹੜਾ ਸਮਾਜ ਦੇ ਹਰ ਵਰਗ ਦੀ ਨੁਮਾਇੰਦਗੀ ਕਰ ਸਕੇ। ਕਿਸਾਨ ਜਥੇਬੰਦੀਆਂ ਸਿਰਫ ਕਿਸਾਨਾਂ ਦੀ ਨੁਮਾਇੰਦਗੀ ਕਰ ਸਕਦੀਆਂ ਨੇ। ਕਿਸਾਨ ਜਥੇਬੰਦੀਆਂ ਦਾ ਕੰਮ ਇਲੈਕਸ਼ਨ ਲੜਨਾ ਨਹੀਂਗਾ। ਅਸੀਂ ਤਾਂ ਕਿਸਾਨ ਨੁਮਾਇੰਦੇ ਹਾਂ। ਇਲੈਕਸ਼ਨ ਲੜਨਾ ਕਿਸੇ ਪਾਰਟੀ ਦਾ ਕੰਮ ਹੈ। ਤਾਂ ਜੇ ਕੋਈ ਪਾਰਟੀ ਪੰਜਾਬ ਦੇ ਵਿੱਚ ਐਸੀ ਬਣਦੀ ਏ ਕਿ ਜਿਹੜੀ ਪਾਰਟੀ ਇਸ ਸਿਸਟਮ ਦੇ ਵਿੱਚ ਬਦਲਾਅ ਲੈ ਕੇ ਆਉਣ ਦੀ ਔਰ ਬਦਲਾਅ ਲੈ ਕੇ ਆਉਣ ਲਈ ਇੱਕ ਨੀਤੀ ਦੀ ਜਿਹੜੀ ਸਥਾਪਨਾ ਕਰਦੀ, ਇੱਕ ਨੀਤੀ ਲੋਕਾਂ ਸਾਹਮਣੇ ਪੇਸ਼ ਕਰਦੀ ਏ ਕਿ ਇਸ ਨੀਤੀ ਦੇ ਤਹਿਤ ਅਸੀਂ ਇਸ ਸਿਸਟਮ ਨੂੰ ਬਦਲ ਸਕਦੇ ਹਾਂ, ਤਾਂ ਅਸੀਂ ਚਾਅ ਨਾਲ ਉਹਨਾਂ ਨੂੰ ਵੋਟ ਪਾ ਦੇਵਾਂਗੇ। ਪਰ ਕਿਸਾਨ ਜਥੇਬੰਦੀਆਂ ਨੂੰ ਇੱਕ ਵੋਟ ਪਾਰਟੀ ਦੇ ਵਿੱਚ ਤਬਦੀਲ ਕਰ ਦੇਣਾ, ਮੈਂ ਸਾਡੇ ਪੰਜਾਬ ਕਿਸਾਨ ਯੂਨੀਅਨ ਪੰਜਾਬ ਵਾਲੇ ਸਾਥੀ ਨੇ ਜਿਹੜੇ, ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਉਹ ਕਿਸਾਨ ਜਥੇਬੰਦੀਆਂ ਨੂੰ ਬੈਕ ਲੈ ਆਉਣ ਵਾਲੀ ਗੱਲ ਏ। ਜਿਹੜੀ ਅੱਜ ਪਾਵਰ ਸਾਡੇ ਕੋਲ ਬਣੀ ਏ ਪ੍ਰੈਸ਼ਰ ਗਰੁੱਪ ਦੇ ਰੂਪ ਦੇ ਵਿੱਚ, ਇਸ ਪਾਵਰ ਨੂੰ ਘਟਾ ਦੇਣਾ। ਤਾਂ ਅੱਜ ਮਤਲਬ ਜਿਹੜਾ ਵੱਖ-ਵੱਖ ਥਾਂ ਤੇ ਮਤਲਬ ਜਿੰਨਾ ਇਹ ਰੌਲਾ ਪਿਆ ਹੋਇਆ ਏ, ਕਿਸੇ ਨੂੰ CM ਦਾ ਚਿਹਰਾ ਐਲਾਨਿਆ ਜਾ ਰਿਹਾ ਹੈ, ਕੋਈ ਨਵੀਆਂ ਪਾਰਟੀਆਂ ਬਣ ਰਹੀਆਂ ਨੇ, ਇਹ ਸਾਰਾ ਮੇਰੇ ਇੱਕ ਗੱਲ ਮੈਨੂੰ ਇਹ ਲੱਗਦਾ ਹੈ ਕਿ ਇਹ ਥੋੜਾ ਸਮਾਂ ਚੱਲੇਗਾ, ਬੜਾ ਲੰਮਾ ਸਮਾਂ ਇਹ ਵੀ ਸਾਰਾ ਕੁਝ ਨਹੀਂ ਚੱਲਣਾ। ਚਲੋ ਮੈਂ ਇੱਕ ਛੋਟਾ ਜਿਹਾ ਵਕਫਾ ਲਵਾਂਗਾ, ਵਕਫੇ ਤੋਂ ਵਾਪਸ ਆਊਂਗਾ। ਮੈਂ ਚਾਹੁੰਦਾ ਕਿ ਤੁਸੀਂ ਤਿੰਨੇ ਮਹਿਮਾਨ ਆ ਜਿਹੜੀ ਆਪਦੀ ਦੀ ਗੱਲ ਚੰਗੀ ਤਰ੍ਹਾਂ ਰੱਖੋ। ਉਸ ਤੋਂ ਬਾਅਦ ਇਹ ਜਿਹੜੀਆਂ ਗੱਲਾਂ ਬਾਤਾਂ, ਇਹ ਜਿਹੜੀ ਚਰਚਾ ਹੈ ਕੀ ਆ, ਉਹ ਕਿਸਾਨ ਆਗੂਆਂ ਤੱਕ ਪਹੁੰਚੂਗੀ, ਲੀਡਰ ਤੱਕ ਪਹੁੰਚੂਗੀ, SKM ਤੱਕ ਪਹੁੰਚੂਗੀ। ਉਹ ਕੀ ਫੈਸਲਾ ਲੈਂਦਾ? SKM ਇਸ ਪੂਰੇ ਮਸਲੇ ਤੇ ਕਿਉਂ ਨਹੀਂ ਖੁੱਲ੍ਹ ਕੇ ਬੋਲਦਾ ਪਿਆ, ਇਕਜੁੱਟਤਾ ਨਾਲ ਕਿਉਂ ਨਹੀਂ ਬੋਲਦਾ ਪਿਆ, ਕਲਾਕਾਰ ਲੀਡਰ ਕਿਉਂ ਬੋਲਦਾ ਪਿਆ? ਸਵਾਲ ਇਹ ਵੀ ਹੈਗਾ ਕਿਤੇ ਉਸ ਨੂੰ ਹਾਈਪ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਕਿ ਅਸੀਂ ਦੇਖੀਏ ਮਾਰਕੀਟ ਵਿੱਚ ਸਾਨੂੰ ਕੌਣ ਕਿੰਨਾ ਪੁੱਛ ਰਿਹਾ ਹੈਗਾ। ਸਵਾਲ ਬਹੁਤ ਸਾਰੇ ਹੈਗੇ। ਵਾਪਸ ਆ ਰਿਹਾ ਕਿ ਕਿਸਾਨਾਂ ਨੂੰ ਪ੍ਰੈਸ਼ਰ ਗਰੁੱਪ ਦੀ ਬਜਾਏ ਪੋਲੀਟੀਕਲ ਗਰੁੱਪ ਦਾ ਹਿੱਸਾ ਬਣਨਾ ਚਾਹੀਦਾ। ਕਮਲਜੀਤ ਸਿੰਘ, ਸੰਯੁਕਤ ਕਿਸਾਨ ਮੋਰਚੇ ਦਾ ਕੀ ਕੋਈ ਸੰਵਿਧਾਨ ਹੋਣਾ ਚਾਹੀਦਾ? ਜੇ ਹੋਣਾ ਚਾਹੀਦਾ ਤਾਂ ਕਿਉਂ ਨਹੀਂ ਬਣਿਆ? ਜੇ ਬਣ ਗਿਆ ਤਾਂ ਉਹਨੂੰ ਫਾਈਨਲ ਰੂਪ ਦੇ ਦਿੱਤਾ ਗਿਆ? ਇਹ ਸਾਰੇ ਸਵਾਲਾਂ ਦਾ ਜਵਾਬ ਤੁਹਾਡੇ ਕੋਲ ਹੈ ਕੀ ਹੈ? ਦੇਖੋ, ਮੈਨੂੰ ਲੱਗਦਾ ਸੰਯੁਕਤ ਕਿਸਾਨ ਮੋਰਚਾ ਇੱਕ ਸਟਰਗਲ ਦੇ ਦੌਰ ਦੇ ਵਿੱਚ ਇੱਕ ਰੈਜ਼ਿਸਟੈਂਸ ਦੀ ਇੱਕ ਸਟਰਗਲ ਬਿਲਡ ਹੋਈ, ਉਹਦੇ ਵਿੱਚੋਂ ਆਪਣੀ ਸਟੈਪ ਬਾਈ ਸਟੈਪ ਲੋੜਾਂ ਦੇ ਵਿੱਚੋਂ ਬਣਦਾ ਤੁਰਿਆ ਗਿਆ, ਇਵਾਲਵ ਹੋਇਆ। ਇਹਨੂੰ ਕਿਸੇ ਨੇ ਬੈਠ ਕੇ ਡਰਾਫਟ ਨਹੀਂ ਕੀਤਾ, ਕਿਸੇ ਨੇ ਕੋਈ ਜਣਾ ਐਸਾ ਨਹੀਂ ਸੀ ਜਿਹਨੇ ਬੈਠ ਕੇ ਪ੍ਰਪੋਜ਼ਲ ਲੈ ਕੇ ਇਕੱਲੇ ਆਗੂ ਕੋਲ ਕਿਹਾ ਹੋਵੇ ਵੀ ਆਹ ਮੇਰਾ ਪ੍ਰਪੋਜ਼ਲ ਹੈ ਤੁਸੀਂ ਵਿਚਾਰ ਕਰੋ। ਇਸ ਤਰੀਕੇ ਨਾਲ ਇਹ ਇਵਾਲਵ ਕੀਤਾ, ਇਹ ਪੈਦਾ ਹੋਇਆ ਵਿੱਚੋਂ, ਸੰਘਰਸ਼ ਦੇ ਵਿੱਚੋਂ ਪੈਦਾ ਹੋਇਆ। ਸੋ ਇਹਨੂੰ ਇਹ ਪੁੰਗਰਦਾ ਗਿਆ, ਇਹਨੇ ਫੈਲਦੇ ਜਾਣਾ ਤੇ ਇਹਨੇ ਡਿਊ ਕੋਰਸ ਜਿਹੜਾ ਹੈਗਾ, ਸਭ ਦੀ ਇੱਛਾ ਦੇਖੋ ਕਲੀਅਰ ਹੈ, ਸਭ ਦੀ ਇੱਛਾ ਇਹ ਹੈ ਕਿ ਇਸ ਕਿਸਮ ਦੇ ਇੱਕ ਥੜੇ ਦੀ ਜ਼ਰੂਰਤ ਲਗਾਤਾਰ ਕਾਇਮ ਹੈ।
ਅੱਗੇ ਰਹਿਣੀ ਚਾਹੀਦੀ ਹੈ, ਇਹ ਗੱਲ ਸਾਰੇ ਵਿਅਕਤ ਕਰ ਰਹੇ ਨੇ। ਨਹੀਂ ਜਿਹੜੇ ਸੋ ਥੜੇ ਇਸ ਤੁਸੀਂ ਗੱਲ ਇੱਛਾ ਦੇ ਕਰਦੇ ਹੋ, ਤਹਿਤ ਨਹੀਂ ਜਿਹੜੇ ਥੜੇ ਤੁਸੀਂ ਗੱਲ ਕਰਦੇ ਹੋ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਲੋਕ ਥੜਾ ਹੀ ਰਹਿਣਾ ਚਾਹੀਦਾ, ਬਾਹਰੋਂ ਹੀ ਸਾਨੂੰ ਇਹ ਫੈਸਲੇ ਸੁਣਾਉਣੇ ਚਾਹੀਦੇ ਆ ਪੋਲੀਟੀਕਲ ਪਾਰਟੀਆਂ ਨੂੰ, ਭਾਈ ਆਹ ਤੁਸੀਂ ਕਰੋ, ਆ ਸਾਡਾ ਏਜੰਡਾ ਹੈਗਾ, ਇਸ ਤਰੀਕੇ ਨਾਲ ਇੰਪਲੀਮੈਂਟ ਕਰੋ। ਕਾਮਯਾਬ ਤਾਂ ਇਹੋ ਹੀ ਹੋਇਆ ਹਾਲੇ ਪਰ ਇਹ ਬਹਿਸ ਕਿਉਂ ਛਿੜ ਰਹੀ ਹੈ ਨਾ ਸੋਸ਼ਲ ਮੀਡੀਆ ਤੇ, ਉਹਦਾ ਜਵਾਬ ਕਿਉਂ ਨਹੀਂ ਦੇ ਰਿਹਾ ਐਸਕੇਐਮ? ਉਹ ਦੇਖੋ, ਉਹ ਬਿਲਕੁਲ ਐਸਕੇਐਮ ਆਪਣੇ ਟੁਕਵੀਂ ਜਿਹੜੀ ਵਕਤ ਦੇ ਉੱਤੇ ਲਏਗਾ। ਇੱਕ ਗੱਲ ਹੋਰ ਆਪਾਂ ਸਮਝੀਏ, ਦੇਖੋ ਅਸੀਂ ਅਲੱਗ-ਅਲੱਗ ਮੋੜ ਚੁਣਨੇ ਆ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਅਸੀਂ ਇੱਕ ਮੋਰਚਾ ਫਤਿਹ ਕਰਕੇ ਆਏ ਆ। ਸੋ ਮੋਰਚਾ ਯਾਨੀ ਇੱਕ ਬੈਟਲ ਅਸੀਂ ਜਿੱਤੀ ਹੈ, ਜੰਗ ਹਲੇ ਬਾਕੀ ਹੈ। ਸੋ ਜੰਗ ਲੰਬੀ ਹੈ, ਜੰਗ ਦੇ ਅਲੱਗ-ਅਲੱਗ ਪੜਾਅ ਹੁੰਦੇ ਨੇ। ਸੋ ਅੱਜ ਮੈਨੂੰ ਲੱਗਦਾ ਮੈਂ ਇਸ ਗੱਲ ਦੀ ਖੁੱਲ੍ਹ ਲੈ ਸਕਦਾ, ਜਦੋਂ ਅਸੀਂ ਬਿਲਕੁਲ ਐਨ ਮੋਰਚਾ ਹਲੇ ਫਤਿਹ ਨਹੀਂ ਸੀ ਹੋਇਆ ਦਿੱਲੀ ਵਾਲਾ, ਉਦੋਂ ਤੱਕ ਅਸੀਂ ਕਿਸੇ ਵੀ ਫालतू ਗੱਲ ਦੇ ਉੱਤੇ ਚਰਚਾ ਨਹੀਂ ਸੀ ਕਰਦੇ ਹੁੰਦੇ। ਸਾਨੂੰ ਵੀ ਬਾਰ-ਬਾਰ ਪੱਤਰਕਾਰ ਇਹੋ ਹੀ ਸਵਾਲ ਉਦੋਂ ਵੀ ਪੁੱਛਦੇ ਸੀਗੇ, ਅਸੀਂ ਇੰਡਲਜ ਹੀ ਨਹੀਂ ਸੀ ਕਰਦੇ, ਕੋਈ ਨਵਾਂ ਪ੍ਰਪੋਜ਼ਲ ਨਹੀਂ ਸੀ ਬੋਲਦੇ ਟੀਵੀ ਉੱਤੇ। ਲੇਕਿਨ ਅੱਜ ਮੈਨੂੰ ਲੱਗਦਾ ਮੈਂ ਥੋੜਾ ਜਿਹਾ ਖੁੱਲ੍ਹ ਲੈ ਸਕਦਾ। ਮੈਂ ਉਦੋਂ ਸਵਾਲ ਹੀ ਨਹੀਂ ਕੀਤਾ ਸੀ, ਬਹੁਤ ਸਾਰੇ ਲੋਕਾਂ ਨੇ, ਮੈਂ ਅੱਜ ਲੇਕਿਨ ਖੁੱਲ੍ਹ ਲੈ ਸਕਦਾ ਇਸ ਮੰਚ ਦੀ। ਉਸ ਖੁੱਲ੍ਹ ਦਾ ਮੈਂ ਇਹ ਕਹਿ ਰਿਹਾ, ਮੈਂ ਇੱਕ ਪ੍ਰਪੋਜ਼ਲ ਦੇ ਤੌਰ ਤੇ ਕਹਿ ਰਿਹਾ। ਅਸੀਂ ਦਿੱਲੀ ਦੇ ਵਿੱਚ ਇੱਕ ਕਿਸਾਨ ਸੰਸਦ ਲਾਈ ਸੀ, ਬਿਲਕੁਲ ਠੀਕ ਹੈ, 200 ਬੰਦੇ ਰੱਖੇ ਸੀ, ਭਾਵੇਂ ਉਦੋਂ ਤਾਂ ਸਿਚੁਏਸ਼ਨ ਐਸੀ ਬਣੀ ਵੀ ਸਰਕਾਰ ਦੇ ਨਾਲ ਗੱਲਬਾਤ ਹੋਈ, ਉਹਦੇ ਵਿੱਚੋਂ 200, ਬਟ ਉਹ ਗੱਲ ਬੜੀ ਸਿੰਬੋਲਿਕ ਮੈਨੂੰ ਉਦੋਂ ਵੀ ਲੱਗੀ ਸੀ ਵੀ ਪਾਰਲੀਮੈਂਟ ਹੈਗੀ ਹੈ ਕਰੀਬ 550 ਦੇ ਕਰੀਬ ਲੋਕਾਂ ਦੀ, ਐਮਪੀਆਂ ਦੀ, ਤੇ ਅਸੀਂ ਬੈਠੇ ਹਾਂ ਸਿਰਫ 200। ਕਾਰਨ ਬਾਕੀ ਦੇ 250 ਕਿੱਥੇ ਨੇ? ਉਹ ਹੋਰਾਂ ਤੋਂ ਆਉਣੇ ਨੇ। ਅਸੀਂ ਕਿਸਾਨਾਂ ਨੂੰ ਨੁਮਾਇੰਦਗੀ ਕਰਾਂਗੇ, ਜਿਵੇਂ ਹਰਨੇਕ ਵੀਰ ਜੀ ਨੇ ਕਿਹਾ ਵੀ ਅਸੀਂ ਤਾਂ ਕਿਸਾਨਾਂ ਦੇ ਨੁਮਾਇੰਦੇ ਹਾਂ, ਹਾਲੇ ਹੋਰਾਂ ਦੇ ਨੁਮਾਇੰਦੇ ਵੀ ਤਾਂ ਆਉਣੇ ਨੇ, ਮਜ਼ਦੂਰਾਂ ਦੇ ਨੁਮਾਇੰਦੇ ਆਉਣੇ ਨੇ, ਮੁਲਾਜ਼ਮਾਂ ਦੇ ਨੁਮਾਇੰਦੇ ਆਉਣੇ ਨੇ, ਵਿਦਿਆਰਥੀਆਂ ਦੇ ਨੁਮਾਇੰਦੇ ਬੈਠਣੇ ਨੇ, ਨੌਜਵਾਨਾਂ ਦੇ ਨੁਮਾਇੰਦੇ, ਔਰਤਾਂ ਦੇ ਨੁਮਾਇੰਦੇ, ਦਲਿਤਾਂ ਦੇ, ਟਰਾਈਬਲ ਲੋਕਾਂ ਦੇ, ਬਹੁਤ ਸਾਰੇ ਨੁਮਾਇੰਦੇ ਆਉਣੇ ਨੇ। ਸੋ ਉਹਨਾਂ ਵਾਸਤੇ ਉਹ ਬਾਕੀ ਦੀਆਂ, ਮੈਂ ਤਾਂ ਉੱਥੇ ਵੀ ਦੇਖਦਾ ਸੀ ਸਿੰਬੋਲਿਕਲੀ ਸੀਟਾਂ ਖਾਲੀ ਪਈਆਂ ਨੇ, ਪਾਰਲੀਮੈਂਟ ਹਾਲੇ ਪੂਰੀ ਨਹੀਂ ਹੋਈ, ਅੱਧੀ ਹੋਈ ਹੈ। ਹੁਣ ਮੈਂ ਤੁਹਾਡੇ ਨਾਲ ਸ਼ਮੂਲੀਅਤ ਨਹੀਂ ਕੀਤੀ ਉਹਨਾਂ ਲੋਕਾਂ ਨੇ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ? ਨਹੀਂ, ਉਹਨਾਂ ਸਾਡੇ ਨਾਲ ਹੀ ਕੀਤੀ, ਪਰ ਮੈਂ ਕਹਿ ਰਿਹਾ ਕਿ ਉੱਥੇ 200 ਸੀਟਾਂ ਸੀ। ਉਹ ਇੱਕ ਭਰਾਤਰੀ ਸ਼ਮੂਲੀਅਤ ਹਮੇਸ਼ਾ ਰਹੀ ਤੇ ਉਸੇ ਦੇ ਸਿਰ ਤੇ ਜਿੱਤੇ ਵੀ ਹਾਂ। ਲੇਕਿਨ ਨਾਲ ਦੀ ਨਾਲ ਮੈਂ ਕਹਿੰਦਾ ਕਿ ਹਲੇ ਇਸ ਨੂੰ ਕਿਉਂ ਨਾ ਵਿਧੀਵਤ ਰੂਪ ਦੇ ਦਿੱਤਾ ਜਾਵੇ, ਬਜਾਏ ਕਿ ਇਹ ਚਰਚਾ ਕਰਨ ਦੇ ਵੀ ਕਿਸਾਨ ਇੱਕ ਪੋਲੀਟੀਕਲ ਪਾਰਟੀ ਬਣਾ ਲੈਣਗੇ। ਮੈਂ ਪ੍ਰਪੋਜ਼ਲ ਦੇ ਰਿਹਾ ਤੁਹਾਡੇ ਮਾਧਿਅਮ ਰਾਹੀਂ, ਕਿਸਾਨਾਂ ਦੀ ਪਾਰਲੀਮੈਂਟ ਹੋਣੀ ਚਾਹੀਦੀ ਹੈ, ਕਿਸਾਨਾਂ ਦੀ ਸੰਸਦ, ਪੰਜਾਬ ਦੇ ਵਿੱਚ ਜੇ ਗੱਲ ਕਰਾਂ ਕਿਸਾਨਾਂ ਦੀ ਅਸੈਂਬਲੀ, ਕਿਸਾਨ ਅਸੈਂਬਲੀ ਬਣਾ ਦਿੱਤੀ ਜਾਵੇ, ਆਲਟਰਨੇਟ ਕਿਸਾਨ ਅਸੈਂਬਲੀ। 117 ਹੀ ਭਾਵੇਂ ਹਲਕੇ ਰੱਖ ਲਈਏ, ਹਰੇਕ ਹਲਕੇ ਦੇ ਵਿੱਚੋਂ ਕਿਸਾਨ ਲੀਡਰ ਕਿਸਾਨਾਂ ਦੀਆਂ ਵੋਟਾਂ ਦੇ ਨਾਲ ਜਾਂ ਮਜ਼ਦੂਰਾਂ ਕਿਸਾਨਾਂ ਦੀਆਂ ਵੋਟਾਂ ਦੇ ਨਾਲ ਚੁਣ ਕੇ ਉਸ ਅਸੈਂਬਲੀ ਉਹ ਲਾਅ ਪਾਸ ਕਰੇ। ਉਹ ਲਾਅ ਅਸੀਂ ਮੇਨ ਆਪਣੀ ਅਸੈਂਬਲੀ ਨੂੰ ਭੇਜ ਦਿਆ ਕਰੀਏ, ਫਿਰ ਦੇਖਾਂਗੇ ਕਿਹੜੀਆਂ ਪਾਰਟੀਆਂ, ਜਿਹੜੀਆਂ ਅੱਜ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਵੀ ਅਸੀਂ ਸਾਰਿਆਂ ਦੇ ਸਾਰੀਆਂ ਗੱਲਾਂ ਦੇ ਹਮਾਇਤੀਆਂ ਕਿਸਾਨਾਂ ਦੇ, ਉਦੋਂ ਦੇਖਾਂਗੇ ਸਾਡੀ ਕੱਲੀ ਗੱਲ ਦੇ ਉੱਤੇ ਕੀ ਮੈਨੂੰ ਥੋੜਾ ਸਮਝਾ ਦਿਓ ਕਮਲਜੀਤ, ਉਦੋਂ ਬਿਲਕੁਲ ਸਪਸ਼ਟ ਮੈਨੂੰ ਥੋੜਾ ਸਮਝਾ ਦਿਓ ਕਿ ਗ੍ਰਾਮ ਸਭਾਵਾਂ ਦੇ ਰੂਪ ਵਿੱਚ ਤੁਸੀਂ ਇਹ ਸਾਰਾ ਕੁਝ ਨਹੀਂ, ਗ੍ਰਾਮ ਸਭਾ ਫਿਰ ਹੋਰ ਲਾਰਜਰ ਰਿਪਰੈਜ਼ੈਂਟੇਸ਼ਨ ਹੈ। ਗ੍ਰਾਮ ਸਭਾ ਜਿਹੜੀ ਹੈਗੀ ਹੈ ਉਹ ਆਲਰੇਡੀ ਇੱਕ ਬਣਿਆ ਹੋਇਆ ਢਾਂਚਾ ਹੈ। ਮੈਂ ਉਦੋਂ ਬਣਿਆ ਕਿ ਕਿਸਾਨ ਅਸੈਂਬਲੀ, ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਕਿਸਾਨਾਂ ਦੀਆਂ ਆਪਦੀਆਂ ਵੋਟਾਂ, ਕਿਸਾਨ ਯੂਨੀਅਨਾਂ ਦੇ ਦਰਮਿਆਨ ਜਾਂ ਆਜ਼ਾਦ ਕਿਸਾਨ ਵਿਅਕਤੀਆਂ ਦੇ ਦਰਮਿਆਨ, ਮੈਂ ਸਮਝ ਗਿਆ, ਚੋਣਾਂ ਦੇ ਰਾਹੀਂ ਚੁਣੀ ਹੋਈ ਅਸੈਂਬਲੀ। ਹੁਣ ਸਮਝਿਆ ਹਰਨੇਕ ਸਿੰਘ ਮਾਮਾ ਜਿਹੜੀ ਗੱਲ ਕਹਿ ਰਹੇ ਕਮਲਜੀਤ, ਕੀ ਇਹ ਪੋਸੀਬਲ ਹੈ? ਕਿਸਾਨ ਯੂਨੀਅਨ ਦੀਆਂ ਵੋਟਾਂ, ਉਹਨਾਂ ਦੇ ਥਰੂ ਕਿਸਾਨ ਅਸੈਂਬਲੀ ਬਣਾਉਣੀ, ਇਹ ਪੋਸੀਬਲ ਹੈ ਮਹਿਮਾ ਸਾਹਿਬ? ਪੋਸੀਬਲ ਤਾਂ ਬਿਲਕੁਲ ਹੈਗਾ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂਗਾ, ਪੋਸੀਬਲ ਹੈ ਆ ਜਿਹੜੀ ਗੱਲ ਇਹ ਕਹਿ ਰਹੇ ਨੇ। ਪਰ ਮੈਨੂੰ ਲੱਗਦਾ ਵੀ ਅੱਜ ਜਿਸ ਅੱਜ ਸੰਭਵ ਨਹੀਂ ਹੈਗੀ, ਪੋਸੀਬਲ ਹੈ ਅੱਜ ਸੰਭਵ ਨਹੀਂ ਹੈਗੀ। ਇਹਦੇ ਲਈ ਜੇ ਸੰਯੁਕਤ ਕਿਸਾਨ ਮੋਰਚਾ ਬੈਠ ਕੇ ਅੱਗੇ ਦੀ ਪਲੈਨਿੰਗ ਕਰਦਾ ਤੇ ਚੰਗੀ ਗੱਲ ਏ। ਜਿਹੜੀ ਇੱਕ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਸੰਵਿਧਾਨ ਹੈ ਆ ਕਿ ਨਹੀਂ ਹੈ ਆ, ਬੇਸ਼ੱਕ ਬੁਰਾ ਆਪਣਾ ਕਮਲਜੀਤ ਜੀ ਹਰਾਂ ਨੇ ਪੂਰਾ ਸਹੀ ਦੱਸਤਾ ਕਿ ਉਹਦਾ ਹੈ ਕੋਈ ਬੈਠ ਕੇ ਖਰੜਾ ਤਿਆਰ ਨਹੀਂ ਕੀਤਾ ਗਿਆ, ਪਰ ਫਿਰ ਵੀ ਕੁਝ ਨਾ ਕੁਝ ਸ਼ਰਤਾਂ ਤਾਂ ਉਹਦੀਆਂ ਸੀ ਨਾ, ਜਿਨ੍ਹਾਂ ਸ਼ਰਤਾਂ ਦੇ ਤਹਿਤ ਵੱਖ-ਵੱਖ ਸਮੇਂ ਤੇ ਵੱਖ-ਵੱਖ ਧਿਰਾਂ ਨੂੰ ਉਹਦੇ ਵਿੱਚੋਂ ਸਸਪੈਂਡ ਕੀਤਾ ਜਾਂਦਾ ਜਾਂ ਵਾਪਸ ਲਿਆ ਜਾਂਦਾ ਰਿਹਾ, ਉਹ ਸੰਵਿਧਾਨ ਹੀ ਸੀ। ਨਹੀਂ ਫਿਰ ਮੈਨੂੰ ਇਹ ਦੱਸ ਦਿਓ ਨਾ ਹਰਨੇਕ ਸਿੰਘ ਮਾਮਾ, ਮੈਨੂੰ ਸ਼ਰਤਾਂ ਦੇ ਵਿੱਚ ਇਹ ਦੱਸ ਦਿਓ ਨਾ ਸਰ ਹਰਨੇਕ ਸਿੰਘ ਮਾਮਾ, ਮੈਂ ਤੁਹਾਡਾ ਸਵਾਲ ਹੀ ਅੱਗੇ ਵਧਾ ਰਿਹਾ, ਮੈਨੂੰ ਸ਼ਰਤਾਂ ਦੇ ਤੇ ਦੱਸ ਦਿਓ ਨਾ, ਉੱਥੇ ਕਿਤੇ ਲਿਖਿਆ ਵੀ ਸਿਆਸਤ ਵਿੱਚ ਨਹੀਂ ਜਾਣਾ ਸਰ? ਉਸ ਸ਼ਰਤ ਵਿੱਚ ਕਿਤੇ ਲਿਖਿਆ ਨਹੀਂ? ਕੇਪੀ ਗੱਲ ਸੁਣ, ਪਹਿਲੀ ਗੱਲ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਾਂਗਾ ਕਿ ਆਪਾਂ ਨੂੰ ਹੁਣ ਇਸ ਗੱਲ ਤੋਂ ਪਿੱਛੇ ਹਟਣਾ ਚਾਹੀਦਾ ਹੈ ਕਿ ਜਦੋਂ ਅਸੀਂ ਬੋਲਨੇ ਸਿਆਸਤ 'ਚ ਨਹੀਂ ਜਾਣਾ, ਮਤਲਬ ਚੋਣਾਂ 'ਚ ਨਹੀਂ ਜਾਣਾ। ਚੋਣਾਂ 'ਚ ਨਹੀਂ ਜਾਣਾ ਉਹ ਵੱਖਰੀ ਗੱਲ ਹੈ, ਸਿਆਸਤ ਵੱਖਰੀ ਗੱਲ ਹੈ, ਇਹਨਾਂ ਦੋਨੋਂ ਨੂੰ ਖੇਡ ਕੇ ਆਪਾਂ ਚੱਲੀਏ। ਮਤਲਬ ਇਹ ਉਹਦੇ ਵਿੱਚ ਗੱਲ ਇੰਨੀ ਤਾਂ ਸਾਫ਼ ਹੈ ਆ ਕਿ ਜਿੰਨਾ ਚਿਰ ਅਸੀਂ ਇਹ ਘੋਲ ਜਿੱਤਦੇ ਨਹੀਂ ਗਏ, ਸੰਯੁਕਤ ਮੋਰਚੇ ਦੇ ਝੰਡੇ ਦੇ ਹੇਠ ਚੋਣਾਂ ਨਹੀਂ ਲੜੀਆਂ ਜਾਣਗੀਆਂ। ਅੱਜ ਵੀ ਮੇਰਾ ਖਿਆਲ ਹੈ, ਜੇ ਮੈਨੂੰ ਲੱਗਦਾ ਹੈ ਇਸ ਗੱਲ 'ਚ ਕੋਈ ਦੋ ਰਹਿਵਾ ਨਹੀਂ ਕਿ ਇਹ ਸ਼ਰਤ ਹੈ ਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਚੋਣਾਂ ਨਹੀਂ ਲੜੀਆਂ ਜਾਣਗੀਆਂ। ਅੱਜ ਦੀ ਘੜੀ ਇਹ ਜਾਬਤਾ, ਅੱਜ ਦੀ ਘੜੀ ਇਹ ਸ਼ਰਤ ਹੈ ਆ, ਕੱਲ ਨੂੰ ਰਵੇ ਜਾਂ ਨਾ ਰਵੇ ਵੱਖਰੀ ਗੱਲ। ਚਲੋ ਮੈਂ ਤੁਹਾਡੇ ਮੁਤਾਬਕ ਚੱਲਦਾ, ਮੈਂ ਤੁਹਾਡੇ ਮੁਤਾਬਕ ਚੱਲਦਾ ਮਹਿਮਾ ਸਾਹਿਬ, ਮੈਂ ਤੁਹਾਡੇ ਮੁਤਾਬਕ ਚੱਲਦਾ, ਚੋਣਾਂ ਵਿੱਚ ਨਹੀਂ ਜਾਣਾ ਜਾਂ ਸਿਆਸਤ ਵਿੱਚ ਜਾਣਾ। ਮੈਂ ਇਹਨਾਂ ਦੋਨੋਂ ਸਵਾਲਾਂ ਨੂੰ ਨਿਖੇੜ ਕੇ ਦੇਖਦਾ ਪਿਆ। ਕੀ ਤੁਸੀਂ ਚਾਹੁੰਦੇ ਹੋ ਕਿ ਸਿਆਸਤ ਵਿੱਚ ਜਾਣਾ, ਚੋਣਾਂ ਨਾ ਲੜੀਆਂ ਜਾਣ? ਇਹ ਕਹਿਣਾ ਚਾਹ ਰਹੇ ਹੋ ਤੁਸੀਂ? ਸਿਆਸਤ ਵਿੱਚ ਤਾਂ ਅਸੀਂ ਆਲਰੇਡੀ ਹਾਂ, ਪੋਲਿਟਿਕਸ ਦੇ ਵਿੱਚ ਤਾਂ ਅਸੀਂ ਆਲਰੇਡੀ ਹਾਂ,
ਚੋਣਾਂ ਵਿੱਚ ਜਾਣ ਦਾ ਸਵਾਲ ਹੈ ਕਿ ਚੋਣਾਂ ਵਿੱਚ ਜਾਇਆ ਜਾਏ ਕਿ ਨਾ ਜਾਇਆ ਜਾਏ। ਮੈਂ ਮਹਿਮਾ ਸਾਹਿਬ ਚੋਣ ਦੀ ਗੱਲ ਲੜੀ ਨੂੰ ਜਾਏ। ਥੋੜਾ ਜਿਹਾ ਹੋਰ ਸ਼ਬਦਾਂ 'ਚ ਪੁੱਟ ਕਰ ਰਿਹਾ। ਹਾਂ। ਮੈਂ ਬਿਲਕੁਲ ਸਹਿਮਤ ਹਾਂ ਇਹਨਾਂ ਦੀ ਜਿਹੜੀ ਗੱਲ ਹੈਗੀ ਹੈ। ਮੈਂ ਉਹਨੂੰ ਸ਼ਬਦ ਸਿਰਫ ਇੰਨੇ ਦੇ ਰਿਹਾ, ਡੈਮੋਕ੍ਰੇਸੀ ਦੋ ਚੀਜ਼ਾਂ ਦੀ ਬਣੀ ਹੁੰਦੀ ਹੈ, ਇੱਕ ਰੂਲਿੰਗ ਤੇ ਇੱਕ ਵਿਰੋਧੀ ਧਿਰ। ਸਾਡੇ ਹਿੰਦੁਸਤਾਨ ਦੀ ਇਹ ਹਾਲਤ ਹੋ ਗਈ ਹੈ ਕਿ ਰੂਲਿੰਗ ਨਾਂ ਦੀ ਚੀਜ਼ ਤੇ ਐਗਜ਼ਿਸਟ ਕਰਦੀ ਹੈ, ਵਿਰੋਧੀ ਧਿਰ ਜਿਹੜੀ ਹੈਗੀ ਹੈ ਉਹ ਵੱਖ-ਵੱਖ ਰੂਪਾਂ 'ਚ ਖਾਰਜ ਹੋਈ ਹੈ। ਕਿਤੇ ਉਹ ਇੰਨੀ ਇਨਐਕਟਿਵ ਹੋ ਗਈ, ਇੰਨੀ ਜ਼ਿਆਦਾ ਉਹ ਰਲਗੱਡ ਹੋ ਗਈ ਰੂਲਿੰਗ ਦੇ ਨਾਲ ਕਿ ਉਹ ਆਪਣੀ ਵਿਰੋਧੀ ਧਿਰ ਦਾ ਰੋਲ ਨਹੀਂ ਲੈ ਸਕੀ, ਤੇ ਕਿਤੇ ਉਹ ਗਿਣਤੀ ਦੇ ਵਿੱਚ ਹੀ ਐਡੀ ਛੋਟੀ ਹੋ ਗਈ ਵੀ ਉਹਦਾ ਮਾਇਨਾ ਹੀ ਆਪਣੇ ਆਪ ਦੇ ਵਿੱਚ ਕੋਈ ਨਹੀਂ ਰਿਹਾ। ਸੋ ਜੇ ਸਹੀ ਮਾਇਨੇ 'ਚ ਵਿਰੋਧੀ ਧਿਰ ਦਾ ਰੋਲ ਕਿਸੇ ਨੇ ਪਿਛਲੇ ਸਮੇਂ ਦੇ ਵਿੱਚ ਅਦਾ ਕੀਤਾ ਤੇ ਉਹ ਤੁਹਾਡੇ ਸਾਹਮਣੇ ਇੱਕ ਕਿਸਾਨ ਅੰਦੋਲਨ ਹੈ, ਤੇ ਮੈਨੂੰ ਲੱਗਦਾ ਇਸੇ ਤਰੀਕੇ ਨਾਲ ਬਾਕੀ ਤਬਕਿਆਂ ਦੇ ਅੰਦੋਲਨ ਜਿਹੜੇ ਨੇ ਆਉਣ ਵਾਲੇ ਦਿਨਾਂ 'ਚ ਉੱਠਣਗੇ ਤੇ ਇੱਕ ਮਜ਼ਬੂਤ ਡੈਮੋਕ੍ਰੇਸੀ ਘੱਟੋ ਘੱਟ ਹਿੰਦੁਸਤਾਨ ਜਿਹੜਾ ਉਹ ਬਣਨ ਵੱਲ ਵਧੇਗਾ। ਮੁਹੰਮਦ ਖਾਲਿਦ ਸਰ, ਜਿਹੜਾ ਐਸਕੇਐਮ ਹੈ ਉਹ ਐਸਕੇਐਮ ਕਿਵੇਂ ਰੋਕੂ ਆਪਦੇ ਲੀਡਰਾਂ ਨੂੰ? ਇੱਕ ਲੀਡਰ ਨੇ ਬਿਆਨ ਦਿੱਤਾ, ਮੈਨੂੰ ਹੁਣ ਨਾਮ ਲੈਣ ਦੀ ਜ਼ਰੂਰਤ ਨਹੀਂ ਹੋਏਗੀ ਖਾਲਿਦ ਸਾਹਿਬ, ਇੱਕ ਲੀਡਰ ਨੇ ਬਿਆਨ ਦਿੱਤਾ ਜਿਹੜਾ ਚੋਣਾਂ ਵਿੱਚ ਉਤਰੂਗਾ ਉਹ ਐਸਕੇਐਮ ਤੋਂ ਬਾਹਰ ਹੋ ਜਾਵੇ ਜਾਂ ਐਸਕੇਐਮ ਤੋਂ ਬਾਹਰ ਚਲਾ ਜਾਵੇ। ਖਾਲਿਦ ਸਾਹਿਬ, ਇਹ ਬਿਆਨ ਕਿਸੇ ਹਿਸਾਬ ਨਾਲ ਤਾਂ ਦਿੱਤੇ ਹੋਣਗੇ ਨਾ ਖਾਲਿਦ ਸਾਹਿਬ? ਦੇਖੋ ਕੇਪੀ ਜੀ, ਦੋ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਫਲੈਗ ਆਊਟ ਕੀਤੀਆਂ ਮੇਰੇ ਦੋਸਤਾਂ ਨੇ ਇੱਥੇ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਕਿਸਾਨ ਸੰਸਦ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ, ਤਾਂ ਇਹਦਾ ਮਤਲਬ ਹੈਗਾ ਕਿ ਕਿਸਾਨ ਸੰਸਦ ਅੱਜ ਬਣੇਗੀ, ਕੱਲ ਨੂੰ ਮਜ਼ਦੂਰ ਸੰਸਦਾਂ ਵੀ ਬਣ ਜਾਣਗੀਆਂ 117 ਹਲਕਿਆਂ ਦੇ ਵਿੱਚ, ਪਰਸੋਂ ਨੂੰ ਵਿਦਿਆਰਥੀ ਸੰਸਦਾਂ ਵੀ ਬਣ ਜਾਣਗੀਆਂ। ਉਹ ਇੱਕ ਬੜਾ ਅਜੀਬ ਕਿਸਮ ਦਾ ਸਿਚੁਏਸ਼ਨ ਬਣ ਜਾਏਗੀ। ਇਸ ਕਰਕੇ ਜਿਹੜੀ ਕਿਸਾਨ ਅੰਦੋਲਨ ਹੈ ਉਹ ਜਿਹੜੀ ਪੋਲਿਟਿਕਸ ਹੈ ਉਹਨੂੰ ਪ੍ਰਭਾਵਿਤ ਕਰਦਾ ਰਹੇ, ਪੋਲਿਟਿਕਸ ਤੋਂ ਆਪਣਾ ਜਿਹੜਾ ਹੈਗਾ ਬੈਸਟ ਇੰਟਰਸਟ ਲੈਂਦਾ ਰਹੇ, ਲੇਕਿਨ ਅਗਰ ਪੋਲਿਟਿਕਸ ਦੇ ਵਿੱਚ ਛਲੰਗ ਮਾਰਤੀ ਤਾਂ ਉਹਦਾ ਮੀਨਿੰਗ ਬਿਲਕੁਲ ਬਦਲ ਜਾਏਗਾ, ਕਿਸਾਨ ਅੰਦੋਲਨ ਦਾ ਵੀ ਮੀਨਿੰਗ ਬਿਲਕੁਲ ਬਦਲ ਜਾਏਗਾ। ਦੂਸਰੀ ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਇਹਨਾਂ ਨੇ ਆਪੋਜੀਸ਼ਨ ਦੀ, ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਆਪੋਜੀਸ਼ਨ ਜਿਹੜੀ ਹੈਗੀ ਹੈ ਉਹ ਆਪਣਾ ਰੋਲ ਨੈਸ਼ਨਲ ਲੈਵਲ ਤੇ ਨਹੀਂ ਪਲੇ ਕਰ ਰਹੀ, ਔਰ ਜਾਂ ਪਲੇ ਕਰਨ ਜੋਗੀ ਛੱਡੀ ਨਹੀਂ ਹੈ। ਜਿਸ ਤਰੀਕੇ ਦੀ ਰੂਲਿੰਗ ਇਸ ਵੇਲੇ ਕਲਾਸ ਜਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ, ਜਿਸ ਤਰੀਕੇ ਦੇ ਨਾਲ ਉਹ ਰੂਲਿੰਗ ਚਲਾ ਰਹੀ ਹੈ, ਲੇਕਿਨ ਆਪੋਜੀਸ਼ਨ ਨੂੰ ਵੀ ਇਹ ਚੀਜ਼ ਦੇਖਣਾ ਪਏਗਾ ਕਿ ਕਿਸਾਨ ਅੰਦੋਲਨ ਤੋਂ ਸਬਕ ਲੈਣਾ ਪਏਗਾ ਕਿ ਰੈਜ਼ਿਸਟੈਂਸ ਦੀ ਪੋਲਿਟਿਕਸ ਜਿਹੜੀ ਹੈਗੀ ਹੈ ਉਹ ਕਿਸ ਤਰੀਕੇ ਦੇ ਨਾਲ ਨਿਭਾਈ ਜਾਂਦੀ ਹੈ ਇੰਨੇ ਐਡਵਰਸ ਹਾਲਤ ਦੇ ਵਿੱਚ, ਕਿ ਜਿਸ ਵੇਲੇ ਹਰ ਤਰੀਕੇ ਦੇ ਨਾਲ ਕਿਸਾਨ ਅੰਦੋਲਨ ਨੂੰ ਮਧੋਲਣ ਦੀ ਕੋਸ਼ਿਸ਼ ਕੀਤੀ ਗਈ, ਉਹਨੂੰ ਟ੍ਰੈਂਪਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਫੇਰ ਵੀ ਕਾਮਯਾਬੀ ਦੇ ਨਾਲ ਅੱਗੇ। ਇਹ ਆਪੋਜੀਸ਼ਨ ਨੂੰ ਇਹ ਤੋਂ ਸਬਕ ਜ਼ਰੂਰ ਲੈਣਾ ਚਾਹੀਦਾ। ਖਾਲਿਦ ਸਾਹਿਬ, ਐਸਕੇਐਮ ਦਾ ਕੋਈ ਸੰਵਿਧਾਨ ਹੋਣਾ ਚਾਹੀਦਾ? ਦੇਖੋ ਇਦਾਂ ਹੈਗਾ ਕਿ ਐਸਕੇਐਮ ਜਿਹੜਾ ਹੈਗਾ ਇੱਕ ਰਜਿਸਟਰਡ ਬਾਡੀ ਵੀ ਨਹੀਂ ਹੈ ਅਜੇ। ਇਹ ਬਿਲਕੁਲ ਸਹੀ ਹੈ ਕਿ ਇਹ ਸਿਚੁਏਸ਼ਨ ਦੇ ਵਿੱਚੋਂ ਇਵੋਲਵ ਹੋਈ ਇੱਕ ਅਨਉਪਚਾਰਕ ਸੰਸਥਾ ਬਣ ਗਈ ਹੈ, ਲੇਕਿਨ ਅਗਰ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਜਾਣਾ ਹੈ, ਉਹਨਾਂ ਦਾ ਸਿੰਬਲ ਵੀ ਹੋਏਗਾ, ਉਹਨਾਂ ਦਾ ਮੈਨੀਫੈਸਟੋ ਵੀ ਹੋਏਗਾ, ਉਹਨਾਂ ਦੀ ਕੋਈ ਆਈਡੀਓਲੋਜੀ ਵੀ ਹੋਏਗੀ, ਉਹਨਾਂ ਦੀ ਰਜਿਸਟ੍ਰੇਸ਼ਨ ਵੀ ਹੋਏਗੀ ਇਲੈਕਸ਼ਨ ਕਮਿਸ਼ਨ ਦੇ ਨਾਲ, ਉਹ ਸਾਰਾ ਕੁਝ ਆਏਗਾ। ਅਗਰ ਇਹਨਾਂ ਨੇ ਆਪਣੇ ਸੰਵਿਧਾਨ ਬਣਾਉਣਾ ਹੈ ਤਾਂ ਸੰਵਿਧਾਨ ਵੀ ਕਿਤੇ ਨਾ ਕਿਤੇ ਰਜਿਸਟਰ ਕਰਨਾ ਪਏਗਾ, ਔਰ ਇਹ ਦੱਸਣਾ ਪਏਗਾ ਕਿ ਇਸ ਸੰਵਿਧਾਨ ਦਾ ਜਿਹੜਾ ਹੈਗਾ ਕਾਰ ਖੇਤਰ ਜਿਹੜਾ ਹੈਗਾ ਉਹ ਪੂਰਾ ਕੰਟਰੀ ਹੈ ਜਾਂ ਵੈਸਟਰਨ ਨਾਰਥ ਇੰਡੀਆ ਹੈ ਜਾਂ ਕਿਹੜੇ ਸਟੇਟਸ ਹੈ, ਉਹ ਸਾਰਾ ਕਲੀਅਰ ਕਰਨਾ ਪਏਗਾ। ਜਿਸ ਵੇਲੇ ਤੁਸੀਂ ਕੋਈ ਵੀ ਰਜਿਸਟ੍ਰੇਸ਼ਨ ਕਰਵਾਉਣੇ ਹੋ ਕਿਸੇ ਵੀ ਇਹਦੀ ਆਰਗੇਨਾਈਜੇਸ਼ਨ ਦੀ, ਤਾਂ ਇਹ ਸਾਰੀਆਂ ਚੀਜ਼ਾਂ ਉਹਦਾ ਪਾਰਟ ਬਣਦੀਆਂ ਹੈ ਕਿ ਡੈਮੋਕ੍ਰੈਟਿਕ ਪ੍ਰੋਸੈਸ ਵਿੱਚ ਕਿਵੇਂ ਹੋਏਗਾ, ਪ੍ਰੈਜ਼ੀਡੈਂਟ, ਟ੍ਰੈਜਰਰ, ਉਹ ਸਾਰਾ ਕੁਝ ਉਹਦੇ ਵਿੱਚ। ਇਸ ਵੇਲੇ ਕਿਸਾਨ ਅੰਦੋਲਨ ਇੱਕ ਬਹੁਤ ਹੀ ਤਕੜਾ, ਪਾਵਰਫੁਲ, ਅਨਉਪਚਾਰਿਕ ਆਰਗੇਨਾਈਜੇਸ਼ਨ ਹੈ, ਔਰ ਜਿਹਨੇ ਆਪਣੇ ਆਪ ਨੂੰ ਸਾਬਤ ਕਰਤਾ ਹੈ ਕਿ ਕਿਸ ਤਰੀਕੇ ਦੇ ਨਾਲ ਰੈਜ਼ਿਸਟੈਂਸ ਕੀਤੀ ਜਾ ਸਕਦੀ ਹੈ। ਚਲੋ ਮੈਂ ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗਾ, ਵਕਫੇ ਤੋਂ ਵਾਪਸ ਆਊਂਗਾ। ਬੜੀਆਂ ਚੀਜ਼ਾਂ ਸਾਫ਼ ਹੋਣ ਜਾ ਰਹੀਆਂ, ਬੜੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ, ਪਰ ਐਸਕੇਐਮ ਜਦੋਂ ਆਪਣਾ ਸਟੈਂਡ ਸਪਸ਼ਟ ਕਰੇਗਾ ਫਿਰ ਜ਼ਿਆਦਾ ਸਥਿਤੀ ਸਾਫ਼ ਹੋਵੇਗੀ ਕਿ ਸਿਆਸਤ ਵਿੱਚ ਮਹਿਮਾ ਸਾਹਿਬ ਕਹਿੰਦੇ ਅਸੀਂ ਹੈਗੇ ਹਾਂ, ਪਰ ਚੋਣਾਂ ਵਿੱਚ ਨਹੀਂ ਉਤਰਨਾ ਚਾਹੀਦਾ ਹੈ। ਕਿ ਇਹ ਜਿਹੜੀਆਂ ਧਿਰਾਂ ਬੈਠੀਆਂ ਹੋਈਆਂ ਇੱਥੇ, ਕਿ ਇਹਨਾਂ ਧਿਰਾਂ ਦਾ ਜਿਹੜਾ ਆਪਦਾ ਸੰਵਿਧਾਨ ਬਣਿਆ ਹੋਇਆ ਉਸ ਏਜੰਡੇ ਤਹਿਤ ਚੱਲਦੀਆਂ ਪਈਆਂ, ਜਾਂ ਐਸਕੇਐਮ ਦਾ ਇਹ ਸੰਪੂਰਨ ਤੌਰ ਤੇ ਫੈਸਲਾ ਹੈਗਾ, ਸਾਨੂੰ ਇਹ ਸਮਝਣਾ ਪਵੇਗਾ। ਵਾਪਸ ਆ ਰਹੇ ਕਿ ਕਿਸਾਨਾਂ ਨੂੰ ਪ੍ਰੈਸ਼ਰ ਗਰੁੱਪ ਦੀ ਬਜਾਏ ਪੋਲੀਟੀਕਲ ਗਰੁੱਪ ਦਾ ਹਿੱਸਾ ਬਣਨਾ ਚਾਹੀਦਾ। ਹਰਨੇਕ ਸਿੰਘ ਮਹਿਮਾ, ਵੈਸੇ ਮੈਂ ਨਾਮ ਲੈ ਕੇ ਨਹੀਂ ਜ਼ਿਕਰ ਕਰ ਰਿਹਾ, ਪਰ ਮੈਨੂੰ ਹੁਣ ਨਾਮ ਲੈਣਾ ਪੈਣਾ। ਗੁਰਨਾਮ ਸਿੰਘ ਚੜੂਨੀ ਹਰਾਂ ਨੂੰ ਮੈਂ ਸਵਾਲ ਕੀਤਾ ਸੀ ਜਦੋਂ 1 ਸਾਲ ਪੂਰਾ ਹੋਇਆ 26 ਤਰੀਕ ਨੂੰ ਅੰਦੋਲਨ ਦਾ। ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਚੋਣਾਂ ਲੜਨੀਆਂ ਚਾਹੀਦੀਆਂ ਪੰਜਾਬ ਵਿੱਚ, ਉਹ ਕਹਿੰਦੇ ਪੰਜਾਬ ਵਿੱਚ ਹੀ ਕਿਉਂ, ਦੇਸ਼ ਵਿੱਚ ਚੋਣਾਂ ਲੜਨੀਆਂ ਚਾਹੀਦੀਆਂ। ਪਹਿਲਾ ਸਵਾਲ। ਦੂਜਾ ਸਵਾਲ ਮੈਂ ਉਹਨਾਂ ਨੂੰ ਇਹ ਕੀਤਾ ਕਿ ਐਸਕੇਐਮ ਤੁਹਾਡੀ ਗੱਲ ਮੰਨ ਲੂਗਾ? ਉਹ ਕਹਿੰਦੇ ਐਸਕੇਐਮ ਸਾਰੇ ਮੁੱਦਿਆਂ ਲਈ ਨਹੀਂ ਬਣਿਆ ਹੋਇਆ ਹਰਨੇਕ ਸਿੰਘ ਮਹਿਮਾ,
ਇਹ ਦੋ ਸਵਾਲ ਆ ਸਰ, ਇਹਨਾਂ ਦਾ ਜਵਾਬ ਕੀ ਤੁਹਾਡੇ ਕੋਲੇ ਮਹਿਮਾ ਸਾਹਿਬ? ਵੇਖੋ ਜੀ ਕਿਉਂਕਿ ਇਹ ਤਾਂ ਦੋਵੇਂ ਸਵਾਲ ਤੁਸੀਂ ਕੀਤੇ, ਚੰਡੂਨੀ ਸਾਹਿਬ ਨੂੰ ਨਾ ਜਵਾਬ ਦੇ ਦਿੱਤਾ, ਪਰ ਜੇ ਮੈਨੂੰ ਕਹਿੰਦੇ ਜੇ ਮੈਂ ਵੀ ਤਾਂ ਇਹਦਾ ਇਹਨਾਂ ਕੋਈ ਜਵਾਬ ਜ਼ਰੂਰ ਦੇ ਸਕਣਾ ਕਿ ਚੋਣਾਂ ਲੜਨੀਆਂ ਨੇ, ਇਹ ਗੁਰਨਾਮ ਤੁਸੀਂ ਡਿਸਕਨੈਕਟ ਹੋ ਗਏ ਮਹਿਮਾ ਸਾਹਿਬ। ਹਾਂ ਬੋਲੋ 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 ਬੋਲੋ। ਮੇਰੀ ਆਵਾਜ਼ ਹਾਂ ਆ ਰਹੀ ਹੁਣ ਆ ਰਹੀ, ਬੋਲੋ। ਚੰਡੂਨੀ ਸਾਹਿਬ ਇਹ ਕਹਿ ਸਕਦੇ ਨੇ ਕਿ ਮੇਰੇ ਵਿਚਾਰ ਅਨੁਸਾਰ ਚੋਣਾਂ ਲੜਨੀਆਂ ਚਾਹੀਦੀਆਂ ਨੇ, ਉਹ ਆਜ਼ਾਦ ਨੇ ਕਹਿਣ ਵਾਸਤੇ ਕਹਿ ਦੇਣ, ਉਹਨਾਂ ਨੇ ਕਹਿ ਦਿੱਤਾ। ਪੂਰੇ ਦੇਸ਼ 'ਚ ਲੜਨੀਆਂ ਨੇ, ਉਹ ਉਹਨਾਂ ਦੀ ਮਰਜ਼ੀ ਹੈ। ਜਿਹੜਾ ਉਹ ਕਹਿੰਦੇ ਨੇ ਕਿ ਸੰਯੁਕਤ ਮੋਰਚਾ ਸਾਰੀਆਂ ਚੀਜ਼ਾਂ ਵਾਸਤੇ ਨਹੀਂ ਬਣਿਆ, ਬਿਲਕੁਲ ਉਹਨਾਂ ਦੀ ਗੱਲ ਠੀਕ ਹੈ। ਸੰਯੁਕਤ ਮੋਰਚਾ ਖਾਲਸਾ ਵੀ ਕਹਿ ਬੈਠੇ, ਕਮਲਜੀਤ ਵੀ ਕਹਿ ਬੈਠੇ ਕਿ ਉਸ ਸਮੇਂ ਦੀਆਂ ਲੋੜਾਂ ਦੇ ਵਿੱਚੋਂ ਉਭਰਿਆ ਹੋਇਆ ਇੱਕ ਜਿਹੜਾ ਪਲੇਟਫਾਰਮ ਹੈ, ਜਿਹੜਾ ਸਾਨੂੰ ਬਣਾਉਣਾ ਪਿਆ, ਔਰ ਜਿਹਦਾ ਕਾਮਯਾਬੀ ਨਾਲ ਜਿਹਦਾ ਅਸੀਂ ਤਜਰਬਾ ਕੀਤਾ ਔਰ ਅਸੀਂ ਕਾਮਯਾਬ ਹੋਏ। ਨਹੀਂ ਬਣਿਆ ਸਾਰੀਆਂ ਚੀਜ਼ਾਂ ਨੂੰ। ਜੇ ਗੁਰਨਾਮ ਸਿੰਘ ਚੰਡੂਨੀ ਇਸ ਗੱਲ ਤੇ ਹਨ, ਉਹਨਾਂ ਦੀ ਸਮਝ ਹੈ ਕਿ ਚੋਣਾਂ ਲੜਨੀਆਂ ਚਾਹੀਦੀਆਂ ਨੇ, ਪੂਰੇ ਦੇਸ਼ ਲੜਨੀਆਂ ਚਾਹੀਦੀਆਂ ਨੇ, ਤਾਂ ਜਾਂ ਤਾਂ ਉਹ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਆ ਕੇ ਬੈਠ ਕੇ ਕੋਈ ਐਸਾ ਇੱਕ ਵਿਧਾਨ ਐਲਾਨਨਾਮਾ ਬਣਵਾਉਣ ਕਿ ਸੰਯੁਕਤ ਮੋਰਚਾ ਐਲਾਨ ਕਰੇ, ਜਾਂ ਫਿਰ ਉਹ ਸੰਯੁਕਤ ਮੋਰਚੇ ਦੇ ਬੈਨਰ ਤੋਂ ਪਾਸੇ ਹੋ ਕੇ ਆਪਦੇ ਇਲੈਕਸ਼ਨ ਲੜ ਲੈਣ। ਮੈਂ ਇਹੀ ਤਾਂ ਪੁੱਛ ਰਿਹਾ ਨਾ ਸਰ ਹਰਨੇਕ ਸਿੰਘ ਜੀ, ਮੈਂ ਇਹੀ ਤਾਂ ਪੁੱਛ ਰਿਹਾ ਤੁਹਾਡੇ ਕੋਲੇ ਕਿਹੜੀ ਸ਼ਰਤ ਦਾ ਉਹ ਖਰੜਾ ਹੈਗਾ ਜਿਹੜਾ ਤੁਸੀਂ ਅੱਗੇ ਰੱਖਦੇ ਹੋ, ਜੋ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਐਸਕੇਐਮ ਤੋਂ ਪਾਸੇ ਹੋ ਜਾ ਭਾਈ ਲੜ ਲਾ? ਇਹ ਬਿਆਨ ਡਾਕਟਰ ਦਰਸ਼ਨਪਾਲ ਦਾ ਵੀ ਹੈ ਸਰ, ਤੁਸੀਂ ਸੁਣਿਆ ਹੋਊਗਾ। ਮੈਂ ਇਹੀ ਤਾਂ ਪੁੱਛ ਰਿਹਾ ਸਰ, ਕਿਵੇਂ ਰੋਕੋਗੇ ਤੁਸੀਂ ਲੀਡਰਾਂ ਨੂੰ? ਦੇਖੋ ਇੱਕ ਗੱਲ ਹੈ ਕਿ ਇਸ ਸਮੇਂ ਬਹੁਤ ਜਿਹੜਾ ਬਹੁਗਿਣਤੀ ਧਿਰਾਂ ਨੇ, ਉਹ ਇਲੈਕਸ਼ਨਾਂ ਤੋਂ ਪਾਸੇ ਰਹਿਣਾ ਚਾਹੁੰਦੀਆਂ ਨੇ, ਉਹ ਇਲੈਕਸ਼ਨਾਂ ਦੇ ਵਿੱਚ ਜਾਣਾ ਨਹੀਂ ਚਾਹੁੰਦੀਆਂ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸਮੇਂ-ਸਮੇਂ ਤੇ ਜੋ ਫੈਸਲੇ ਹੋਏ, ਬਹੁਗਿਣਤੀ ਘੱਟ ਗਿਣਤੀ ਦੇ ਨਾਲ ਹੀ ਹੋਏ, ਤਾਂ ਸਾਨੂੰ ਇਸ ਕਰਕੇ ਲੱਗਦਾ ਹੈ ਕਿ ਇਹ ਵਿਚਾਰ ਸੰਯੁਕਤ ਕਿਸਾਨ ਮੋਰਚੇ ਦਾ ਹੈ। ਚਲੋ, ਕਿਉਂਕਿ ਉਹਦੇ ਵਿੱਚੋਂ ਪਾਸੇ ਜਾ ਕੇ ਇੱਕ ਅੱਧਾ ਬੰਦਾ ਜੇ ਕੋਈ ਗੱਲ ਕਰਦਾ ਚੋਣਾਂ ਲੜਨ ਦੀ, ਤਾਂ ਇਹਦਾ ਮਤਲਬ ਇਹ ਨਹੀਂ ਕਿ ਸੰਯੁਕਤ ਮੋਰਚਾ ਜਿਹੜਾ ਦੋ ਫੜ ਹੋਵੇ। ਚਲੋ, ਜਾਂ ਮੋਰਚੇ ਦਾ ਫੈਸਲਾ ਮੰਨ ਲਿਆ ਜਾਵੇ। ਚਲੋ ਠੀਕ ਹੈ। ਮੈਸੇਜ ਦਾ ਸਵਾਲ ਮੁਹੰਮਦ ਖਾਲਿਦ, ਐਸਕੇਐਮ ਕਹਿੰਦਾ ਅਸੀਂ ਇਕਜੁੱਟ ਸੀ, ਇਕਜੁੱਟ ਹਾਂ, ਇਕਜੁੱਟ ਰਹਾਂਗੇ, ਰਿਵਿਊ ਬੈਠਕਾਂ ਵੀ ਕਰਾਂਗੇ, ਪਰ ਉਸ ਦੇ ਨਾਲ ਜਦੋਂ ਇਹ ਕਹਿੰਦੇ ਬਹੁ ਗਿਣਤੀ ਦਾ ਫੈਸਲਾ, ਜੋ ਅੰਦੋਲਨ ਸਮਾਪਤ ਕਰਨਾ ਸੀ ਉਦੋਂ ਹੀ ਬਹੁ ਗਿਣਤੀ ਤੇ ਘੱਟ ਗਿਣਤੀ ਵਾਲਾ ਮਸਲਾ ਖੜਾ ਹੋਇਆ ਸੀ। ਖਾਲਿਦ ਸਾਹਿਬ ਇਹ ਜਿੰਨਾ ਮਰਜ਼ੀ ਕਹੀ ਜਾਣ ਵੀ ਇਹੋ ਜਿਹਾ ਨਹੀਂ ਹੋਇਆ ਸੀ ਸਰ, ਅਸੀਂ ਉੱਥੇ ਸੀਗਾ, ਅਸੀਂ ਦੇਖਿਆ ਸਾਰਾ ਕੁਝ। ਖਾਲਿਦ ਸਾਹਿਬ, ਐਸਕੇਐਮ ਨੂੰ ਸਿਆਸਤ ਵੰਡਣ ਦੀ ਕੋਸ਼ਿਸ਼ ਕਰਦੀ ਪਈ ਹੈ, ਉਹ ਸਿਆਸਤ ਜਿਹੜੀ ਚਾਹੁੰਦੀ ਹੈ ਕਿ ਐਸਕੇਐਮ ਵੱਖ-ਵੱਖ ਹੋਵੇ, ਇਹਨਾਂ ਨੇ ਸਾਡਾ ਜਿਹੜਾ ਸਾਰਾ ਸਫ਼ਰ ਆ ਉਹ ਖਰਾਬ ਕਰਤਾ। ਖਾਲਿਦ ਸਾਹਿਬ, ਐਸਕੇਐਮ ਆਪਦੇ ਉਹਨੂੰ ਬਚਾਊਗਾ ਕਿਵੇਂ ਸਰ? ਖਾਲਿਦ ਸਾਹਿਬ ਦੇਖੋ ਇਦਾਂ ਹੈਗਾ, ਐਸਕੇਐਮ ਜਿਹੜਾ ਹੈਗਾ ਨਾ, ਉਹ ਜਿੱਥੇ ਤੱਕ ਫੈਸਲਿਆਂ ਦਾ ਸਵਾਲ ਹੈ, ਕੋਈ ਵੀ ਫੈਸਲਾ ਵਿਦਿਨ ਐਸਕੇਐਮ ਮੈਜੋਰਿਟੀ ਮਾਈਨੋਰਿਟੀ ਨਾਲ ਹੋਇਆ ਹੋਗਾ, ਲੇਕਿਨ ਜਦ ਮੈਜੋਰਿਟੀ ਨੇ ਫੈਸਲਾ ਕਰਤਾ ਤਾਂ ਐਸਕੇਐਮ ਦਾ ਫੈਸਲਾ ਹੈ। ਠੀਕ, ਉਦੋਂ ਸਾਰਿਆਂ ਨੇ ਉਹਨੂੰ ਐਕਸੈਪਟ ਕੀਤਾ। ਅਗਰ ਕੋਈ ਐਸਕੇਐਮ ਦੇ ਫੈਸਲਿਆਂ ਨੂੰ ਐਕਸੈਪਟ ਨਹੀਂ ਕਰੇਗਾ ਤਾਂ ਪਾਸੇ ਹੋ ਜਾਏਗਾ, ਲਾਂਬੇ ਹੋ ਜਾਏਗਾ। ਲੇਕਿਨ ਅਗਰ ਤੁਸੀਂ ਐਸਕੇਐਮ ਦੇ ਵਿੱਚ ਰਹਿ ਕੇ ਬਣਨਾ ਹੈ ਤਾਂ ਮੈਜੋਰਿਟੀ ਦਾ ਜਿਹੜਾ ਫੈਸਲਾ ਹੈਗਾ ਉਹਨੂੰ ਐਕਸੈਪਟ ਕਰਨਾ ਪਏਗਾ। ਇਹ ਇੱਕ ਡੈਮੋਕ੍ਰੇਸੀ ਦਾ ਪ੍ਰਿੰਸੀਪਲ ਹੈ। ਦੂਸਰੀ ਚੀਜ਼ ਜਿਹੜੀ ਹੈਗੀ ਹੈ, ਇਹ ਕਹਿਣਾ ਕਿ ਐਸਕੇਐਮ ਦੋ ਫੜ ਹੋ ਜਾਏਗਾ, ਐਸਕੇਐਮ ਦਾ ਕੰਮ ਜਿਹੜਾ ਹੈਗਾ ਹਜੇ ਖਤਮ ਨਹੀਂ ਹੋਇਆ। ਬਿਲਕੁਲ, ਐਸਕੇਐਮ ਦਾ ਕੰਮ ਜਿਹੜਾ ਹੈਗਾ ਉਹ ਤਾਂ ਕੰਟੀਨਿਊਟੀ ਹੈ, ਇਨ ਦਾ ਸੈਂਸ ਕਿ ਹਜੇ ਤੁਸੀਂ ਐਮਐਸਪੀ ਰਹਿੰਦੀ ਹੈ, ਐਮਐਸਪੀ ਦੀ ਲੀਗਲ ਜਿਹੜੀ ਹੈਗੀ ਹੈ ਉਹ ਰਹਿੰਦੀ ਹੈ। ਹਜੇ ਜਿਹੜੇ ਮੁਕੱਦਮੇ ਲੋਕਾਂ ਦੇ ਕੀਤੇ ਹੋਏ ਆ, ਜਿਹੜੇ ਕੇਸਿਸ ਵਗੈਰਾ, ਉਹ ਸਾਰੇ ਵਿਡਰਾ ਕਰਨੇ ਆ। ਇੱਕ ਲੰਬਾ ਚੌੜਾ ਏਜੰਡਾ ਐਸਕੇਐਮ ਦੇ ਵਾਸਤੇ ਹਜੇ ਵੀ ਹੈਗਾ। ਦੇਖੋ, ਇੱਕ ਚੀਜ਼ ਆਪਾਂ ਨੂੰ ਸੋਚਣੀ ਚਾਹੀਦੀ ਹੈ ਕਿ ਜਿਸ ਵੇਲੇ ਐਜੀਟੇਸ਼ਨ ਸ਼ੁਰੂ ਹੋਇਆ, ਉਸ ਵੇਲੇ ਸਭ ਤੋਂ ਵੱਡਾ ਮੁੱਦਾ ਕੀ ਸੀਗਾ? ਪਹਿਲਾ ਕਿ ਕਿਸਾਨੀ ਕ੍ਰਾਈਸਿਸ ਦੇ ਵਿੱਚ ਹੈ। ਕਿਸਾਨੀ ਦਾ ਕ੍ਰਾਈਸਿਸ ਦਾ ਖਤਮ ਨਹੀਂ ਨਾ ਹੋਇਆ, ਸਿਰਫ ਉਹ 3 ਕਾਨੂੰਨ ਜਿਹੜੇ ਕਿ ਉਹ ਤੋਂ ਵਧੀਕੀ ਦੇ ਨਾਲ ਹੋਰ ਤੁਹਾਡੇ ਉੱਪਰ ਥੋਪਤੇ ਗਏ ਤੇ ਹਜੇ ਤਾਂ ਉਹ ਸਿਰਫ ਖਤਮ ਹੋਏ ਆ। ਇਹਦਾ ਮਤਲਬ ਹੈ ਤੁਸੀਂ ਯਥਾ ਸਥਿਤੀ ਤੇ ਆ ਗਏ ਹੋ। ਸਿਰਫ ਉਹ ਜਿਹੜੀ ਤੁਹਾਡੇ ਪਰ ਵਧੀਕੀ ਹੋਈ ਸੀ ਉਹ ਖਤਮ ਕੀਤੀ ਹੈ, ਬਾਕੀ ਚੀਜ਼ਾਂ ਤਾਂ ਉੱਥੇ ਹੀ ਖੜੀਆਂ ਨੇ। ਕਿਸਾਨੀ ਦਾ ਕ੍ਰਾਈਸਿਸ ਤਾਂ ਹਜੇ ਵੀ ਉੱਥੇ ਹੀ ਖੜਾ, ਉਹਦੀ ਲੜਾਈ ਤੇ ਐਸਕੇਐਮ ਲੜਦਾ ਰਹੂਗਾ। ਤੇ ਫਿਰ ਸਰ, ਫਿਰ ਖਾਲਿਦ ਸਾਹਿਬ ਐਸਕੇਐਮ ਤੋਂ ਇਹੋ ਜਿਹੀ ਐਕਸਪੈਕਟੇਸ਼ਨ ਕਿਉਂ ਕੀਤੀ ਜਾ ਰਹੀ ਹੈ? ਸਿਆਸਤ ਵਿੱਚ ਆਵੇ, ਚੋਣਾਂ ਵਿੱਚ ਚਿਹਰੇ ਹੋਣ ਇਹਨਾਂ ਦੇ, ਕਿਉਂ ਕੀਤੀ ਜਾ ਰਹੀ ਸਾਰੇ? ਕਿਉਂ ਬਹਿਸ ਛੇੜੀ ਜਾ ਰਹੀ ਹੈ ਇਹ? ਦੇਖੋ ਐਸਕੇਐਮ ਦੀ ਓਵਰਵੈਲਮਿੰਗ ਮੈਜੋਰਿਟੀ ਜਿਹੜੀ ਹੈਗੀ ਹੈ ਉਹ ਇਸ ਚੀਜ਼ ਦੇ ਹੱਕ 'ਚ ਨਹੀਂ ਹੈ। ਛਿਟਪੁੱਟ ਲੋਕ ਜਿਹੜੇ ਹੈਗੇ ਆ ਉਹ ਆਪਣੇ ਵਿਚਾਰ ਜਿਹੜੇ ਹੈਗੇ ਆ ਵਿਅਕਤ ਕਰਦੇ ਆ, ਉਹ ਉਸ ਬੋਨਹੋਮੀ ਦਾ ਵੀ ਨਤੀਜਾ ਹੈਗਾ ਕਿ ਸਾਨੂੰ ਨਵੀਂ ਜਿੱਤ ਮਿਲੀ ਹੈ,
ਹੋ ਸਕਦਾ ਅਸੀਂ ਸਿਆਸਤ ਚ ਕੁੱਦ ਪਈਏ, ਉਹਦੇ ਨਾਲ ਅਸੀਂ ਪਤਾ ਨਹੀਂ ਕੱਲ ਨੂੰ ਸਰਕਾਰ ਹੀ ਬਣਾ ਲਈਏ। ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈਗੀ ਹੈ ਉਹ ਡਿਸਟਰੈਕਸ਼ਨ ਕਰੇਗੀ, ਔਰ ਐਸਕੇਐਮ ਦੇ ਅੱਗੇ ਜਿਹੜਾ ਏਜੰਡਾ ਅਨਫਿਨਿਸ਼ਡ ਏਜੰਡਾ ਹੈ ਉਹ ਉੱਥੇ ਹੀ ਰਹਿ ਜਾਏਗਾ। ਚਲੋ ਕਮਲਜੀਤ, ਬਿਲਕੁਲ ਠੀਕ ਹੈ, ਠੀਕ ਕਮਲਜੀਤ, ਇੱਕ ਸਵਾਲ ਤੁਹਾਨੂੰ ਕਰ ਰਿਹਾ, ਵੈਸੇ ਇਹ ਸਵਾਲ ਤੁਹਾਨੂੰ ਮੇਰਾ ਪਸੰਦ ਵੀ ਨਹੀਂ ਆਊਗਾ। ਕਮਲਜੀਤ, ਜੇ ਤੁਸੀਂ ਇਮਾਨਦਾਰ ਨਾਲ ਮੈਨੂੰ ਜਵਾਬ ਦਿਓ, ਜੇ ਕਿਸਾਨ ਆਪਦੇ ਪੱਧਰ ਤੇ ਇਲੈਕਸ਼ਨ ਵਿੱਚ ਉਤਰਦੇ ਆ ਤਾਂ ਕੀ ਉਹਨਾਂ ਦੀਆਂ ਜ਼ਮਾਨਤਾਂ ਬਚ ਜਾਣਗੀਆਂ? ਇਹ ਦੇਖੋ, ਇਹ ਤਾਂ ਕੋਈ ਸਰਵੇ ਹੀ ਦੱਸ ਸਕਦਾ ਹੈ ਕਿ ਉਹਨਾਂ ਫਿਰ ਦੀਆਂ ਜ਼ਮਾਨਤਾਂ ਕੁਝ ਸੋਚਿਆ ਹੋਊਗਾ, ਕਿਉਂਕਿ ਤੁਸੀਂ ਪੋਲੀਟੀਕਲ ਪਾਰਟੀਆਂ ਨਾਲ ਜੁੜੇ ਹੋਏ ਹੋ ਸਾਰੇ ਲੋਕ। ਬਿਲਕੁਲ ਬਿਲਕੁਲ, ਮੈਂ ਆਪ ਬਿਲਕੁਲ, ਅਸੀਂ ਸਾਰੇ ਹੀ ਕਿਸਾਨ ਆਗੂ, ਬਹੁਤੇ ਕਿਸਾਨ ਆਗੂ ਕੋਈ ਨਾ ਬਹੁਤੀ ਕੋਈ ਰਾਜਨੀਤਿਕ ਸਮਝ ਰੱਖਦੇ ਨੇ। ਮੈਂ ਜੁੜਿਆ ਹੋਇਆ ਬਕਾਇਦਾ, ਮੈਂ ਲੈਫਟ ਦਾ ਬੰਦਾ ਤੇ, ਲੇਕਿਨ ਮੈਂ ਇਹ ਸਮਝਦਾ ਇਹ ਅਲੱਗ-ਅਲੱਗ ਸਥਿਤੀ ਰਹੇਗੀ ਅਲੱਗ-ਅਲੱਗ ਲੀਡਰਾਂ ਦੇ ਮਾਮਲੇ 'ਚ। ਕੁਝ ਲੀਡਰ ਆਪਣੇ ਲੋਕਲ ਜਿਹੜੇ ਦੂਜਿਆਂ ਵਰਗਾਂ ਦੇ ਵਿੱਚ ਵੀ ਡੋਮੀਨੇਟਿੰਗ ਮਤਲਬ ਪੋਜੀਸ਼ਨ ਤੇ ਹੋਣਗੇ, ਪਰ ਉਹ ਫਿਰ ਅਗੇਨ ਉਹ ਜਿਹੜੀ ਬਾਰ-ਬਾਰ ਅਸੀਂ ਗੱਲ ਕਰ ਰਹੇ ਹਾਂ ਕਿ ਇੰਡੀਵਿਜੂਅਲਸ ਜਿਹੜੇ ਨੇ ਉਹਨਾਂ ਦੀ ਸਥਿਤੀ ਬਿਲਕੁਲ ਵੱਖਰੀ ਹੈ। ਐਜ਼ ਐਸਕੇਐਮ ਜਿਹੜਾ ਹੈਗਾ ਉਹ ਕੋਈ ਪੋਲਿਟਿਕਸ ਦੇ ਵਿੱਚ ਉਤਰ ਜਾਣ ਦਾ ਫੈਸਲਾ, ਆਪਾਂ ਉਹਦੇ ਤੇ ਜ਼ਿਆਦਾ ਚਰਚਾ ਕਰ ਰਹੇ ਹਾਂ। ਇੰਡੀਵਿਜੂਅਲਸ ਬਹੁਤ ਸਾਰੇ ਜਗ੍ਹਾ ਲੜਨਗੇ ਤਾਂ ਕਈਆਂ ਦੀ ਹਾਲਤ ਬਹੁਤ ਚੰਗੀ ਰਹਿ ਸਕਦੀ ਹੈ, ਇਹਦਾ ਕੋਈ ਸ਼ੱਕ ਨਹੀਂ ਹੈ, ਬਟ ਇਹ ਹੈ ਵੀ ਫਿਰ ਉਹਦੇ ਨਾਲ ਓਵਰਆਲ ਮੋਰਚੇ ਤੇ ਕੀ ਇਫੈਕਟ ਪਊਗਾ ਇਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ। ਨਹੀਂ, ਜੇ ਦੋ ਚਿਹਰੇ ਆ, ਮੈਂ ਦੋ ਚਿਹਰਿਆਂ ਦਾ ਨਾਮ ਨਹੀਂ ਲੈ ਰਿਹਾ, ਦੋ ਚਿਹਰੇ ਇਹੋ ਜਿਹੇ ਹੋਣ ਜਿਨ੍ਹਾਂ ਨੂੰ ਕੋਈ ਆਪਦੀ ਪਾਰਟੀ ਆ ਜਿਹੜੀ ਫੇਸ ਬਣਾਉਣਾ ਚਾਹਵੇ, ਉਹ ਰੈਡੀ ਹੋ ਜਾਣ, ਐਸਕੇਐਮ ਤੇ ਅਸਰ ਪਊਗਾ? ਨਹੀਂ, ਮੈਨੂੰ ਇਹ ਲੱਗਦਾ ਕਿ ਇਹ ਇੱਕ ਵਾਰੀ ਕਿਉਂਕਿ ਇਹ ਹੁਣ ਹਾਈਪੋਥੈਟੀਕਲ ਕੁਐਸਚਨ ਹੈ ਵੀ ਇੱਕ ਐਕਸ ਨਾਮ ਦਾ ਚਿਹਰਾ, ਚਲੋ ਮੈਂ ਦੋ ਨਾਮ ਦੇ ਰਿਹਾ। ਨਹੀਂ, ਮੈਂ ਨਾਮ ਦੇ ਰਿਹਾ, ਤੁਸੀਂ ਨਾਮ ਵੀ ਦੇ ਦੋਗੇ। ਕਮਲ ਜੀ ਨਾਮ ਦੇ ਰਿਹਾ, ਇੱਕ ਬਲਵੀਰ ਸਿੰਘ ਰਾਜੇਵਾਲ, ਇੱਕ ਰਕੇਸ਼ ਟਕੈਤ। ਮੈਂ ਕਹਿੰਦਾ ਕਿ ਇਹ ਨਾਮ ਵੀ ਆਏਗੇ, ਉਸ ਤੋਂ ਬਾਅਦ ਤੁਸੀਂ ਮੰਨ ਲਓ ਪਾਰਟੀ ਦਾ ਵੀ ਨਾਮ ਲੈ ਦੋ, ਪਰ ਮੈਂ ਇਹ ਕਹਿੰਦਾ ਕਿ ਕੋਈ ਐਸੀ ਪ੍ਰਪੋਜ਼ਲ ਐਕਚੁਅਲੀ ਸਾਹਮਣੇ ਹੈ ਕਿ ਨਹੀਂ ਹੈ। ਫਿਰ ਇਹ ਦੋ ਪਾਰਟਿਕੂਲਰ ਲੀਡਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਇਹ ਲੀਡਰ ਜਿਹੜੇ ਨੇ, ਜੇ ਚਿਹਰੇ ਜਾਂਦੇ ਐਸਕੇਐਮ ਤੇ ਅਸਰ ਪਊਗਾ? ਮੈਨੂੰ ਲੱਗਦਾ ਪਊਗਾ। ਮੈਨੂੰ ਲੱਗਦਾ ਜੇ ਇਕੱਲੇ ਇਸ ਤਰ੍ਹਾਂ ਚਿਹਰੇ ਜਿਹੜੇ ਨੇ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਦੇਖੋ ਯੂਜ਼ ਕਰਦੀਆਂ ਹੁੰਦੀਆਂ ਨੇ, ਉਹ ਚਿਹਰਿਆਂ ਨੂੰ ਉਹਨਾਂ ਨੂੰ ਅੱਜ ਲੋੜ ਹੈ, ਉਹ ਸਦਾ ਨਹੀਂ ਰਹਿਣੀ। ਉਸ ਤੋਂ ਬਾਅਦ ਕੀ ਹੋਊਗਾ? ਐਸਕੇਐਮ ਤੇ ਉਸ ਤੋਂ ਬਾਅਦ ਵੀ ਰਹੂਗਾ ਨਾ। ਇਹ ਬਹੁਤ ਵੱਡਾ ਪੁਆਇੰਟ ਹੈ, ਤਾਂ ਮੈਂ ਥੈਂਕ ਯੂ ਕਰਦਾ, ਤੁਸੀਂ ਇਮਾਨਦਾਰ ਜਵਾਬ ਦਿੱਤਾ। ਨਹੀਂ, ਬਿਲਕੁਲ ਇਹੀ ਹੈ। ਮੈਂ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ ਹਰਨੇਕ ਸਿੰਘ, ਮੈਂ ਤੁਹਾਨੂੰ ਮੌਕਾ ਦਊਂਗਾ। ਐਸਕੇਐਮ ਦੇ ਮਿਸ਼ਨ 'ਚ ਸਿਆਸਤ ਲਈ ਕਿੰਨੀ ਥਾਂ ਹੈਗੀ? ਸਾਡਾ ਸਵਾਲ ਇਹੀ ਹੈ, ਫਤਿਹ ਤੋਂ ਅੱਗੇ ਕਿਹੜੀ ਜੰਗ ਬਹੁਤ ਬਾਕੀ ਹੈ, ਮੈਦਾਨ ਵੀ ਖੁੱਲ੍ਹਾ ਹੈ, ਪਰ ਜੇ ਕਿਸਾਨ ਅੱਜ ਡੋਲ ਕੇ ਫਿਰ ਹੱਥ ਨਹੀਂ ਹੋਣਾ ਕੁਛ। ਵਾਪਸ ਆ ਰਹੇ ਕਿਸਾਨਾਂ ਨੂੰ ਪ੍ਰੈਸ਼ਰ ਗਰੁੱਪ ਦੀ ਬਜਾਏ ਪੋਲੀਟੀਕਲ ਗਰੁੱਪ ਦਾ ਹਿੱਸਾ ਬਣਨਾ ਚਾਹੀਦਾ ਹੈ। ਹਾਂਜੀ ਹਰਨੇਕ ਸਿੰਘ ਮਾਮਾ। ਵੇਖੋ ਜੀ, ਕभी ਮੈਂ ਕਹਿੰਦਾ ਇਸ ਚੱਲਦੇ ਸੰਘਰਸ਼ ਦੇ ਦਰਮਿਆਨ ਨਾ ਬੀਜੇਪੀ ਦੇ ਬਹੁਤ ਸਾਰੇ ਲੀਡਰ ਇਹ ਦਾਅਵਾ ਕਰਦੇ ਹੁੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਤੇ ਲੜਾਂਗੇ ਤੇ ਸਾਰੀਆਂ ਤੇ ਜਿੱਤਾਂਗੇ ਤੇ ਸਰਕਾਰ ਬਣਾਵਾਂਗੇ। ਤੁਸੀਂ ਵੀ ਸੁਣਿਆ, ਸਾਰਿਆਂ ਨੂੰ ਹਾਸੋ ਹੀ ਨਹੀਂ ਗੱਲ ਲੱਗਦੀ ਸੀ ਕਿ ਜਿੱਥੇ ਕੋਈ ਰੈਲੀ ਨਹੀਂ ਇਹਨਾਂ ਨੂੰ ਕਰਨ ਦਿੰਦਾ ਉੱਥੇ ਸਰਕਾਰ ਬਣਾਉਣ ਦੀਆਂ ਗੱਲਾਂ ਕਰਦੇ ਨੇ। ਅੱਜ ਜਦੋਂ ਬੀਜੇਪੀ ਨੇ ਅਸੀਂ ਮਜਬੂਰ ਕੀਤਾ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ, ਸਾਰਾ ਕੁਝ ਚੱਲਿਆ ਹਰਾਤਾ ਸੀ, ਤਦ ਵੀ ਸਾਡੇ ਦਿਲਾਂ ਦੇ ਵਿੱਚ ਬੀਜੇਪੀ ਨੂੰ ਲੈ ਕੇ ਰੱਤੀ ਭਰ ਹਮਦਰਦੀ ਨਹੀਂ ਹੈਗੀ। ਕਿਤੇ ਐ ਹੈ ਨਹੀਂ ਕਿ ਮੋਦੀ ਪ੍ਰਤੀ ਜਾਂ ਉਹਨਾਂ ਦੀ ਲਾਈਨ ਪ੍ਰਤੀ, ਪੋਲਿਟਿਕਸ ਪ੍ਰਤੀ ਕੋਈ ਹਮਦਰਦੀ ਪੈਦਾ ਹੋਈ ਹੋਵੇ ਇਹਨਾਂ ਕਾਨੂੰਨ ਰੱਦ ਕਰਨ ਤੋਂ ਬਾਅਦ। ਪਰ ਇਹਦੇ ਬਾਵਜੂਦ ਮੈਨੂੰ ਅੱਜ ਉਹਨਾਂ ਦੀ ਇਹ ਗੱਲ ਯਾਦ ਆਉਂਦੀ ਕਿ ਸਾਰੀਆਂ ਸੀਟਾਂ ਤੇ ਲੜਾਂਗੇ ਤੇ ਜਿੱਤਾਂਗੇ, ਸਰਕਾਰ ਬਣਾਵਾਂਗੇ, ਕਿ ਜੋ ਚੱਲਣ ਹੁਣ ਪੰਜਾਬ ਦੇ ਵਿੱਚ ਚੱਲਦਾ ਪਿਆ ਹੈ। ਆਲਰੇਡੀ ਬੀਐਸਪੀ ਦਾ ਅਕਾਲੀ ਦਲ ਨਾਲ ਜਿਹੜਾ ਗਠਬੰਧਨ ਹੋ ਚੁੱਕਾ ਹੈ, ਕਾਂਗਰਸ ਕੈਪਟਨ ਨੂੰ ਕੱਢ ਚੁੱਕੀ, ਉਹ ਪਾਰਟੀ ਨਵੀਂ ਬਣਾ ਚੁੱਕੀ ਹੈ, ਕਾਂਗਰਸ ਆਪਦੀ ਜਗ੍ਹਾ ਤੇ ਖੜੀ ਹੋਈ ਹੈ। ਹੋਰ ਵੱਖਰੇ ਸ਼੍ਰੋਮਣੀ ਅਕਾਲੀ ਦਲ ਟੁੱਟੇ ਫਿਰਦੇ ਨੇ, ਹਰ ਰੋਜ਼ ਕੋਈ ਗਾਇਕ ਪਾਰਟੀ ਬਣਾ ਰਿਹਾ ਹੈ, ਕੋਈ ਵੱਖਰੀਆਂ ਪਾਰਟੀਆਂ ਬੰਦੀਆਂ ਪਈਆਂ ਨੇ। ਇੱਕ ਗੱਲ ਪੱਕੀ ਹੈ, ਤੁਸੀਂ ਪੱਤਰਕਾਰ ਹੋ, ਇਸ ਗੱਲਾਂ ਤੇ ਤੁਹਾਡੀ ਪਕੜ ਮੇਰੇ ਨਾਲ ਤਾਂ ਬਹੁਤ ਜ਼ਿਆਦੀ ਹੈ ਕਿ ਬੀਜੇਪੀ ਦੀ ਜਿਹੜੀ ਵੋਟ ਹੈ ਉਹ ਸਟੇ ਕਰ ਦਿਓ, ਉਹ ਖੜੀ ਹੋਈ ਹੈ, ਉਹ ਇਹਨਾਂ ਪਾਰਟੀਆਂ ਬਣਨ ਨਾਲ ਕਿਤੇ ਆਸੇ-ਪਾਸੇ ਨਹੀਂ। ਜੀ ਹਾਂ, ਬੋਲੋ। ਹਾਂ ਬੋਲੋ। ਕਰਨਾ ਚਾਹੀਦਾ ਹੈ ਕਿ ਸੱਚਮੁੱਚ ਕਿਤੇ ਇਹ ਪਾਰਟੀਆਂ ਬਣਨ ਦੇ ਵਿੱਚ ਬੀਜੇਪੀ ਵਾਲਿਆਂ ਦੀ ਉਹ ਗੱਲ ਸੱਚੀ ਨਾ ਹੋ ਜਾਵੇ ਕਿ ਸਾਰੀਆਂ ਸੀਟਾਂ ਤੇ ਲੜਾਂਗੇ ਤੇ ਸਰਕਾਰ ਬਣਾਵਾਂਗੇ। ਜੇ ਕੋਈ ਉਹੋ ਜਿਹੀ ਸਥਿਤੀ ਬਣ ਗਈ। ਹਰਨੇਕ ਸਿੰਘ ਮਾਮਾ, ਤੁਸੀਂ ਬੜਾ ਪੁਆਇੰਟ ਤੇ ਪਹੁੰਚ ਗਏ। ਹਰਨੇਕ ਸਿੰਘ ਮਾਮਾ, ਕਿਤੇ ਇਹ ਤਾਂ ਨਹੀਂ ਕਿ ਤੁਹਾਡੇ ਵਿੱਚ ਇਹ ਖਿਲਾਫ ਪੈਦਾ ਕਰਕੇ, ਇਹ ਰਫੜ ਪੈਦਾ ਕਰਕੇ ਇੱਕ ਜਿਹੜਾ ਵੋਟ ਪੋਲਰਾਈਜੇਸ਼ਨ ਕਰਨ ਦੀ ਪੋਲਿਟਿਕਸ ਤਾਂ ਨਹੀਂ ਕੀਤੀ ਜਾ ਰਹੀ? ਤੁਹਾਨੂੰ ਇਹ ਲੱਗਦਾ? ਨਹੀਂ, ਸਵਾਲ ਦੁਹਰਾਓਗੇ? ਇਹ ਵੋਟ ਪੋਲਰਾਈਜੇਸ਼ਨ ਧਰੂਵੀਕਰਨ ਦੀ ਰਾਜਨੀਤੀ ਤਾਂ ਨਹੀਂ ਅਪਣਾਈ ਜਾ ਰਹੀ ਤੁਹਾਡੇ ਜ਼ਰੀਏ? ਨਹੀਂ, ਇਹ ਤਾਂ ਵੇਖੋ ਕਿ ਜੇ ਇਹਨੂੰ ਪੂਰੀ ਪ੍ਰੌੜਤਾ ਦੇ ਨਾਲ ਇਹ ਕਹਿਣਾ ਹੈ ਤੇ ਆਉਣ ਵਾਲੇ ਦਿਨਾਂ 'ਚ ਹੀ ਕਿਹਾ ਜਾ ਸਕੇਗਾ ਕਿ ਹੁਣ ਕਿਸ ਤਰੀਕੇ ਨਾਲ ਸਾਰਾ ਕੁਝ ਕਿਵੇਂ ਚੱਲਦਾ ਹੈ। ਨਹੀਂ ਹਰਨੇਕ ਸਿੰਘ ਮਾਮਾ, ਇੱਕ ਪੁਆਇੰਟ ਤੁਸੀਂ ਸਿਰਫ ਖਦਸ਼ਾ ਪੈਦਾ ਕੀਤਾ। ਇੱਕ ਪੁਆਇੰਟ ਤੁਸੀਂ ਹੋਰ ਵੀ ਅੱਜ ਦੀ ਘੜੀ ਠੀਕ ਹੈ, ਖਦਸ਼ਾ ਪੈਦਾ ਕੀਤਾ ਕਿ ਹੋ ਸਕਦਾ ਹੈ। ਇੱਕ ਪੁਆਇੰਟ ਤੁਸੀਂ ਹੋਰ ਵੀ ਚੱਕਿਆ, ਤੁਸੀਂ ਕਹਿ ਰਹੇ ਹੋ ਕਿ ਸਾਡਾ ਮਨ ਨਹੀਂ ਕਰਦਾ ਬੀਜੇਪੀ ਵੱਲ ਜਾਈਏ ਜਾਂ ਮਿਸਟਰ ਮੋਦੀ ਨੂੰ ਅਸੀਂ ਵੋਟ ਪਾ ਦਾਂਗੇ। ਤੁਸੀਂ ਇਹ ਗੱਲ ਕਹਿ ਰਹੇ ਹੋ,
ਪਰ ਕਿਤੇ ਇਹ ਵੀ ਤਾਂ ਨਹੀਂ ਹੈਗਾ ਕਿ ਤੁਹਾਨੂੰ ਉਹ ਪਾਸੇ ਕਰਕੇ ਆਪਦੀ ਧਰੁਵੀਕਰਨ ਦੀ ਰਾਜਨੀਤੀ ਜਿਹੜੀ ਬਾਕੀ ਸੂਬਿਆਂ ਵਿੱਚ ਚਮਕਾ ਲੈਣਗੇ? ਕਿਤੇ ਇਹ ਤਾਂ ਨਹੀਂ ਤੁਹਾਨੂੰ ਲੱਗਦਾ ਹਰਨੇ ਸੇ ਮਾਮਾ? ਨਹੀਂ, ਉਹ ਤਾਂ ਵੇਖੋ, ਜਦੋਂ ਤੱਕ ਸੰਯੁਕਤ ਕਿਸਾਨ ਮੋਰਚਾ ਹੈ ਅਸੀਂ ਇਹ ਨਹੀਂ ਹੋਣ ਦਿਆਂਗੇ, ਕਿਉਂਕਿ ਗੱਲ ਉਹ ਖਾਲਿਦ ਸਾਹਿਬ ਵੀ ਕਹਿ ਬੈਠੇ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਨਹੀਂ ਹੋ ਗਈਆਂ, ਮਿਸ਼ਨ ਕੰਪਲੀਟ ਨਹੀਂ ਹੋਇਆ, ਇਹ ਫਤਿਹ ਨਹੀਂ ਹੋਈ, ਇੱਕ ਰਸਤੇ ਦੀ ਇੱਕ ਜਿੱਤ ਹੈ ਸਾਡੀ। ਅਜੇ ਜਿਹੜਾ ਅੱਜ ਵੀ ਅਸੀਂ ਕਹਿੰਦੇ ਆ ਫਾਸ਼ੀਵਾਦੀ ਬੀਜੇਪੀ ਨੂੰ ਹਰਾਉਣਾ ਅੱਜ ਵੀ ਸਾਡਾ ਇੱਕ ਕਾਰਜ ਹੈ ਆ, ਕਿਉਂਕਿ ਜਿਹੜਾ ਸਾਰਿਆਂ ਤੋਂ ਵੱਡਾ ਦੁਸ਼ਮਣ ਹੈ ਉਹਨੂੰ ਸਭ ਤੋਂ ਪਹਿਲਾਂ ਹਰਾਉਣਾ ਇਹ ਕਾਰਜ ਹੁੰਦਾ। ਇਹ ਐਸਕੇਐਮ ਦਾ ਕਾਰਜ ਹੈ, ਮੈਨੂੰ ਲੱਗਦਾ ਐਸਕੇਐਮ ਦਾ ਕਾਰਜ ਜਿੰਨੀਆਂ ਕੋ ਠੀਕ ਅਸੀਂ ਉਹਦਾ ਹਿੱਸਾ ਆ, ਮੈਨੂੰ ਲੱਗਦਾ ਐਸਕੇਐਮ ਦਾ ਹੀ ਕਾਰਜ ਹੈ। ਕਮਲਜੀਤ ਸਿੰਘ ਜੀ ਬੜੇ ਧੜੇ ਬਣਦੇ ਵੇ, ਬੜੀਆਂ ਧਿਰਾਂ ਬਣਦੀਆਂ ਵੇ ਕਿ ਜੂਝਦਾ ਪੰਜਾਬ ਅੱਜ ਸਾਡੇ ਸਾਹਮਣੇ ਆਇਆ, ਇਹਦਾ ਏਜੰਡਾ ਤੁਹਾਨੂੰ ਕੀ ਲੱਗਦਾ? ਦੇਖੋ, ਜੂਝਦਾ ਪੰਜਾਬ ਨੇ ਹਜੇ ਮੈਨੂੰ ਤਾਂ ਲੱਗਦਾ ਵੀ ਉਹਨਾਂ ਨੇ ਰਾਜਨੀਤਿਕ ਪਾਰਟੀ ਦੇ ਤੌਰ ਤੇ ਸਾਹਮਣੇ ਆਉਣ ਦੀ ਤਾਂ ਨਹੀਂ ਕੋਈ ਗੱਲ ਕੀਤੀ। ਉਹਨਾਂ ਦੀ ਮੈਂ ਉਹ ਪ੍ਰੈਸ ਕਾਨਫਰੰਸ ਅੱਜ ਵਾਲੀ ਸੁਣ ਰਿਹਾ ਸੀ ਲਾਈਵ, ਉਹਦੇ 'ਚ ਤਾਂ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਜਾਗਰੂਕਤਾ ਜਿਹੜੀ ਹੈਗੀ ਉਹ ਲੈ ਕੇ ਆਉਣੀ ਹੈ। ਜਾਗਰੂਕਤਾ ਕੋਈ ਮਾੜੀ ਗੱਲ ਨਹੀਂ ਹੈ, ਸਵਾਲ ਤਾਂ ਇਹ ਹੈ ਜਾਗਰੂਕਤਾ ਕੀ, ਉਹਨਾਂ ਦੀ ਆਪਣੀ ਵਿਜ਼ਨ ਕੀ ਹੈ, ਉਹ ਹਲੇ ਅਨਫੋਲਡ ਹੋਏਗਾ ਤਾਂ ਜ਼ਿਆਦਾ। ਲੋੜ ਕਿਉਂ ਪਈ ਹੈ ਜਾਗਰੂਕਤਾ ਦੀ? ਮੈਂ ਸਮਝਦਾ ਨਹੀਂਗਾ ਵੀ ਕੋਈ ਇਹ ਸਵਾਲ ਕਿਸੇ ਨੂੰ ਪੁੱਛਣ ਦੀ ਲੋੜ ਹੈ, ਕਿਉਂਕਿ ਜਾਗਰੂਕਤਾ ਦੀ ਲੋੜ ਤਾਂ ਹੈ ਹੀ ਹੈ। ਜਿਹੜਾ ਵੀ ਜਾਗਰੂਕ ਆਪਣੇ ਆਪ ਨੂੰ ਸਮਝਦਾ ਉਹਨੂੰ ਲੱਗਦਾ ਮੈਂ ਹੁਣ ਜਾਗਰੂਕਤਾ ਨੂੰ ਵੰਡਾ, ਜਾਂ ਤਾਂ ਇਹੋ ਲੱਗਦਾ ਵੀ ਐਸਕੇਐਮ ਦੇ ਵਿੱਚੋਂ ਕੋਈ ਆਗੂ ਟੁੱਟ ਸਕਦਾ, ਇਸ ਲਈ ਜਾਗਰੂਕਤਾ ਜ਼ਰੂਰੀ ਹੈਗੀ ਹੈ। ਇਹ ਹੁਣ ਉਹੀ ਦੱਸ ਸਕਦੇ ਜਾਂ ਇਹ ਲੱਗਦਾ ਪਹਿਲੀ ਪ੍ਰੈਸ ਕਾਨਫਰੰਸ ਉਹਨਾਂ ਦੀ ਅਸੀਂ ਸੁਣੀ ਹੈ, ਹਲੇ ਆਉਣ ਵਾਲੇ ਦਿਨਾਂ 'ਚ ਕੀ ਕਹਿੰਦੇ ਨੇ, ਕਿਸ ਤਰ੍ਹਾਂ ਉਹਨਾਂ ਦਾ ਕੋਈ ਆਉਣ ਵਾਲਾ ਏਜੰਡਾ ਜਿਹੜਾ ਹੈਗਾ ਉਹ ਸਾਹਮਣੇ ਆਉਂਦਾ, ਫੇਰ ਹੀ ਅਸੀਂ ਉਹਦੇ ਬਾਰੇ ਕੁਝ ਕਹੀਏ। ਪਰ ਮੈਂ ਇੱਕ ਗੱਲ ਹੋਰ ਜਿਹੜੀ ਮਤਲਬ ਆਪਾਂ ਆਪਣੀ ਬਹਿਸ ਉਸੇ ਨੁਕਤੇ ਤੇ ਮੈਂ ਰੱਖਣੀ ਚਾਹੁੰਦਾ, ਕਿਉਂਕਿ ਇਹ ਗੱਲ ਜਿਹੜਾ ਖਦਸ਼ਾ ਜ਼ਾਹਰ ਕੀਤਾ ਹੈ ਮਹਿਮਾ ਸਾਹਿਬ ਨੇ, ਉਹ ਖਦਸ਼ਾ ਜ਼ਰੂਰ ਪੰਜਾਬੀਆਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਉਹ ਖਦਸ਼ਾ ਜਿਹੜਾ ਹੈ ਉਹ ਇੱਕ ਰੀਅਲ ਡੇਂਜਰ ਹੈ। ਬੀਜੇਪੀ ਰੀਅਲ ਡੇਂਜਰ ਕਈਆਂ ਨੂੰ ਲੱਗਦਾ ਸੀ ਪੰਜਾਬ 'ਚ ਨਹੀਂ ਹੋ ਸਕਦੀ, ਲੇਕਿਨ ਬੀਜੇਪੀ ਜਿਹੜੀ ਹੈ ਜਿਸ ਕਿਸਮ ਦੀ ਪਾਰਟੀ ਹੈ, ਜਿਸ ਕਿਸਮ ਨਾਲ ਉਹ ਜੰਮੂ ਕਸ਼ਮੀਰ ਦੇ ਵਿੱਚ ਕੰਮ ਕਰਦੀ ਹੈ, ਜਿਸ ਕਿਸਮ ਨਾਲ ਉਹ ਨਾਰਥ ਈਸਟ 'ਚ ਵੀ ਕੰਮ ਕਰਦੀ ਹੈ, ਜਿੱਥੇ ਦੀ ਉਹ ਆਪ ਮਤਲਬ ਜੇ ਉੱਥੇ ਦੀ ਲੋਕਲ ਸਮਝਾਂ ਦੀ ਧੁਰ ਵਿਰੋਧੀ ਹੋਣ ਦੇ ਬਾਵਜੂਦ ਉੱਥੇ ਆਪਣੀ ਕਿਸ ਤਰੀਕੇ ਨਾਲ ਤਿਕੜਮ ਦੇ ਨਾਲ ਜਗ੍ਹਾ ਬਣਾਉਂਦੀ ਹੈ, ਉਹ ਸਾਰੀਆਂ ਚੀਜ਼ਾਂ ਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ। ਇੱਕ ਗੱਲ ਮੈਨੂੰ ਇਹ ਜ਼ਰੂਰ ਕਹਿਣਾ ਚਾਹੀਦਾ ਹੈ ਕਿ ਜਿਹੜਾ ਮੈਂ ਪ੍ਰਪੋਜ਼ਲ ਰੱਖਿਆ ਮੈਂ ਉਹਦਾ ਡਿਫੈਂਡ ਕਰਨਾ ਮੇਰਾ ਕੰਮ ਬਣਦਾ ਹੈ। ਬਹੁਤ ਸਾਰੇ ਜੀ ਬਹੁਤ ਮਤਲਬ ਸੰਭਾਵਨਾ ਦਾ ਸਵਾਲ ਕਿ ਕੀ ਐਸਾ ਕੁਝ ਕਰਨਾ ਸੰਭਵ ਹੈ ਕਿ ਨਹੀਂ ਹੈ। ਮੈਂ ਕਹਿੰਦਾ ਕਿ ਇਹ ਜਿਹੜੀ ਅਸੀਂ ਕਰ ਰਹੇ ਹਾਂ, ਸੋਚ ਰਹੇ ਹਾਂ ਕਿ ਕੋਈ ਕਿਸਾਨ ਅਸੈਂਬਲੀ ਜੇ ਮੈਂ ਪ੍ਰਪੋਜ਼ ਕਰਦਾ ਤਾਂ ਮੇਰਾ ਮਤਲਬ ਇਹ ਆ ਕਿ ਜਿਵੇਂ ਯੂਨੀਅਨਾਂ ਦੀ ਕਨਫੈਡਰੇਸ਼ਨ ਬਣ ਸਕਦੀ ਹੈ ਤੇ ਉਹ ਚੋਣਾਂ ਰਾਹੀਂ ਬਣਦੀ ਹੈ। ਬਹੁਤ ਸਾਰੀਆਂ ਯੂਨੀਅਨਾਂ ਨੇ ਜਿਹੜੀਆਂ ਬਕਾਇਦਾ ਚੋਣਾਂ ਰਾਹੀਂ ਕਨਫੈਡਰੇਸ਼ਨ ਚੁਣੀ ਜਾਂਦੀ ਹੈ, ਵੋਟ ਦੇ ਰਾਹੀਂ, ਬੈਲਟ ਦੇ ਰਾਹੀਂ ਚੁਣੀ ਜਾਂਦੀ ਹੈ। ਸੋ ਮੈਂ ਬਿਲਕੁਲ ਉਹੋ ਜਿਹੀ ਹੀ ਗੱਲ ਕਿਸਾਨਾਂ ਵਾਸਤੇ ਕਹਿ ਰਿਹਾ। ਜੇ ਕਿਸਾਨ ਇੱਕ ਸਟੈਪ ਅੱਗੇ ਗਏ ਨੇ, ਜੇ ਉਹ ਡੈਮੋਕ੍ਰੇਸੀ ਦੇ ਵਿੱਚ ਇੱਕ ਐਕਟਿਵ ਰੋਲ, ਇੱਕ ਵਾਈਬ੍ਰੈਂਟ ਡੈਮੋਕ੍ਰੇਸੀ ਬਣਾਉਣ ਦਾ ਆਪਣਾ ਯੋਗਦਾਨ ਜਿਹੜਾ ਹੈਗਾ ਐਡਾ ਵੱਡਾ ਪਾਇਆ, ਤੇ ਇਹਨੂੰ ਕਿਸੇ ਤਰੀਕੇ ਨਾਲ ਮੇਰਾ ਮਤਲਬ ਹੈ ਕੰਸੋਲੀਡੇਟ ਕੀਤਾ ਜਾਵੇ, ਕੁਝ ਐਸੇ ਸਟੇਜ ਤੇ ਲਿਆਂਦਾ ਜਾਵੇ ਕਿ ਇਹ ਇੱਕ ਪਰਮਾਨੈਂਟ ਜਿਹੜਾ ਹੈਗਾ ਪ੍ਰੈਸ਼ਰ ਗਰੁੱਪ ਦਾ ਰੋਲ ਜਿਹੜਾ ਉਹ ਬਣੇ, ਤੇ ਉਹਦੇ ਵਾਸਤੇ ਇੱਕ ਕੋਈ ਪਲੇਟਫਾਰਮ ਜਿਹੜਾ ਹੈਗਾ ਉਹ ਬਣੇ, ਪਰਮਾਨੈਂਟ ਪ੍ਰੈਸ਼ਰ ਗਰੁੱਪ ਬਣੇ, ਪਰਮਾਨੈਂਟ ਪੋਲੀਟੀਕਲ ਗਰੁੱਪ ਨਾ ਬਣੇ। ਜੀ ਬਿਲਕੁਲ ਮੈਂ ਇਹੀ ਕਹਿਣਾ ਚਾਹੁੰਦਾ। ਚਲੋ ਖਾਲਿਦ ਸਾਹਿਬ, ਲਾਸਟ ਪੁਆਇੰਟ ਸਰ ਤੁਹਾਡੇ ਤੋਂ ਲੈਣਾ। ਖਾਲਿਦ ਸਾਹਿਬ, ਇੱਕ ਇਹਨਾਂ ਨੇ ਏਜੰਡਾ ਚੁੱਕਿਆ ਸੀ ਫੈਡਰਲ ਸਟਰਕਚਰ ਦਾ, ਉਹ ਏਜੰਡਾ ਇਹਨਾਂ ਦਾ ਕਾਇਮ ਰਹੂਗਾ ਸਰ? ਸੰਘੀ ਢਾਂਚੇ ਵਾਲਾ ਮੁੱਦਾ ਇਹਨਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਸ਼ੋਰ ਨਾਲ ਚੁੱਕਿਆ ਸੀਗਾ, ਉਹਨੂੰ ਟੀਵੀ ਡਿਬੇਟਸ ਦੇ ਵਿੱਚ ਪਾਸੇ ਕੀਤਾ ਗਿਆ, ਉਹਨੂੰ ਪੋਲੀਟੀਕਲ ਪਾਰਟੀਆਂ ਨੇ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਗਈ। ਕੀ ਉਹ ਏਜੰਡਾ ਕਾਇਮ ਰਹੂਗਾ ਸਰ ਐਸਕੇਐਮ ਦੇ ਏਜੰਡੇ ਦੇ ਵਿੱਚ? ਦੇਖੋ, ਐਸਕੇਐਮ ਦਾ ਏਜੰਡਾ ਜਿਹੜਾ ਹੈਗਾ ਉਹ ਕੱਲੇ ਫੈਡਰਲ ਸਟਰਕਚਰ ਦਾ ਨਹੀਂ ਹੈ। ਫੈਡਰਲ ਸਟਰਕਚਰ ਦਾ ਏਜੰਡਾ ਹਰ ਉਸ ਸਿਆਣੇ ਵਿਅਕਤੀ ਦਾ ਜਿਹੜਾ ਦੇਸ਼ ਦੇ ਵਿੱਚ ਰਹਿੰਦਾ। ਫੈਡਰਲ ਸਟਰਕਚਰ ਦਾ ਏਜੰਡਾ ਜਿਹੜਾ ਹੈਗਾ ਹਰ ਰੀਜਨਲ ਪੋਲੀਟੀਕਲ ਪਾਰਟੀ ਦਾ, ਜਿਨ੍ਹਾਂ ਨੇ ਹਾਲਾਤ ਨਾਲ ਸਮਝੌਤਾ ਕਰਕੇ ਆਪਣਾ ਫੈਡਰਲ ਸਟਰਕਚਰ ਦਾ ਏਜੰਡਾ ਜਿਹੜਾ ਹੈਗਾ ਉਹ ਤੋਂ ਮੁੱਕਰ ਗਿਆ ਜਾਂ ਖਤਮ ਹੋ ਗਿਆ ਜਾਂ ਆਪਣੇ ਆਪ। ਖਾਲਿਦ ਸਾਹਿਬ ਸਵਾਲ ਇਸ ਕਰਕੇ ਮੈਂ ਕੀਤਾ ਸੀਗਾ, ਜਦੋਂ ਵਿਰੋਧੀ ਧਿਰਾਂ ਨਾਕਾਮ ਰਹਿਣ ਤੇ ਕਿਸਾਨਾਂ ਨੂੰ ਇਹ ਮੁੱਦਾ ਚੁੱਕਣਾ ਪਵੇ, ਵਿਰੋਧੀ ਧਿਰਾਂ ਤਾਂ ਸਰ ਹੁਣ ਵੀ ਨਹੀਂ ਉਸ ਏਜੰਡੇ ਤੇ ਖੁੱਲ ਕੇ ਬੋਲਦੀਆਂ ਪਈਆਂ। ਮੈਂ ਤਾਂ ਪੁੱਛਦਾ ਪਿਆ, ਉਹ ਫੈਡਰਲ ਸਟਰਕਚਰ ਦਾ ਏਜੰਡਾ ਕਾਇਮ ਰਹੂਗਾ ਜਾਂ ਖਤਮ ਹੋ ਗਿਆ ਸਰ? ਕੇਪੀਜੀ, ਫੈਡਰਲ ਸਟਰਕਚਰ ਦਾ ਏਜੰਡਾ ਜਿਹੜੇ ਵਿਰੋਧੀ ਧਿਰਾਂ ਹੈ ਜਾਂ ਜਿਹੜੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਹੈ, ਜਿਨ੍ਹਾਂ ਦਾ ਕੋਰ ਵੈਲਿਊ ਸਿਸਟਮ ਦਾ ਪਾਰਟ ਸੀਗਾ ਫੈਡਰਲ ਸਟਰਕਚਰ ਨੂੰ ਖੜਾ ਰੱਖਣਾ, ਉਹਨਾਂ ਨੇ ਜਦ ਉਹਦੇ ਤੇ ਕੰਪਰੋਮਾਈਜ਼ ਕੀਤਾ, ਉਹਦੇ ਨਾਲ ਉਹਨਾਂ ਦੀ ਹਾਲਤ ਵੀ ਕੀ ਹੋਗੀ ਉਹ ਵੀ ਆਪਾਂ ਦੇਖ ਰਹੇ ਹਾਂ। ਉਹਦੇ ਨਾਲ ਇਹ ਹੈਗਾ ਕਿ ਨੈਸ਼ਨਲ ਪੋਲੀਟੀਕਲ ਪਾਰਟੀਆਂ ਦੇ ਵਿੱਚ ਤੁਸੀਂ ਮਰਜ ਹੋ ਕੇ ਰਹਿ ਗਏ ਆ ਜਾਂ ਉਹਨਾਂ ਦੇ ਪਿਛਲਗੂ ਬਣ ਕੇ ਰਹਿ ਗਏ ਆ, ਆਪਣਾ ਇੰਡੀਪੈਂਡੈਂਟ ਅਸਤਿਤਵ ਖਤਮ ਕਰ ਲਿਆ। ਜਦ ਤੁਸੀਂ ਨੈਸ਼ਨਲ ਪੋਲੀਟੀਕਲ ਪਾਰਟੀਆਂ ਦੇ ਨਾਂ ਤੇ ਵੋਟਾਂ ਮੰਗਣ ਲੱਗ ਜਾਣ ਰੀਜਨਲ ਪੋਲੀਟੀਕਲ ਪਾਰਟੀ ਦੇ ਲੀਡਰ, ਔਰ ਫੈਡਰਲ ਸਟਰਕਚਰ ਜੋ ਫੈਡਰਲ ਸਟਰਕਚਰ ਨੂੰ ਡੀਮੋਨੇਟਾਈਜੇਸ਼ਨ ਤੇ ਲੱਗੀ ਹੈ, GST ਤੇ ਲੱਗੀ ਹੈ, ਜੋ ਪੈਂਡੈਮਿਕ ਦੇ ਦਿਨਾਂ ਦੇ ਵਿੱਚ ਲੱਗੀ ਹੈ, ਖਾਸ ਤੌਰ ਤੇ ਮੈਂ ਕਹੂੰਗਾ ਕਿ ਉਹਦੇ ਨਾਲ ਤਾਂ ਹੈਗਾ ਵੀ ਫੈਡਰਲ ਸਟਰਕਚਰ ਦਾ ਤਹਿਸ ਨਹਿਸ ਹੋ ਹੀ ਗਿਆ।
ਔਰ ਉਹਦੇ ਵਾਸਤੇ ਐਸਕੇਐਮ ਦੀ ਕਿਉਂ ਆਪਾਂ ਇਕੱਲੀ ਜ਼ਿੰਮੇਵਾਰੀ ਲਈਏ? ਹਰ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੈ, ਹਰ ਆਰਗੇਨਾਈਜੇਸ਼ਨ ਦੇ ਪੋਲੀਟੀਕਲ ਪਾਰਟੀ ਦੀ ਜ਼ਿੰਮੇਵਾਰੀ ਹੈ ਜਿਹੜੇ ਸਾਡੇ ਸੰਵਿਧਾਨ ਦੇ ਫੈਡਰਲ ਸਟਰਕਚਰ ਨੂੰ ਠੀਕ ਰੱਖਣਾ ਚਾਹੁੰਦਾ ਹੈ। ਲੇਕਿਨ ਜਿਹੜੀ ਇਸ ਵੇਲੇ ਪੋਲੀਟੀਕਲ ਐਸਟੈਬਲਿਸ਼ਮੈਂਟ ਸੈਂਟਰ ਦੇ ਵਿੱਚ ਹੈਗੀ ਆ, ਉਹ ਤਾਂ ਹਰ ਤਰੀਕੇ ਦੇ ਨਾਲ ਉਹਨੂੰ ਖਤਮ ਕਰਨਾ ਚਾਹੁੰਦੀ ਹੈ। ਉਹਦੇ ਅਗੇਂਸਟ ਹਰ ਵਿਅਕਤੀ ਦਾ ਲੜਾਈ ਲੜਨੀ ਚਾਹੀਦੀ ਹੈ। ਬਿਲਕੁਲ ਸੰਘੀ ਢਾਂਚੇ ਦਾ ਬਚਾਅ ਔਰ ਉਹਦਾ ਫਲਾਹ ਦੋਨੇ ਏਜੰਡੇ ਤੇ ਸੀ, ਹਨ ਔਰ ਰਹਿਣਗੇ। ਚਲੋ ਇੱਕ ਆਖਰੀ ਸਵਾਲ ਮੁਹੰਮਦ ਖਾਲਿਦ, ਠੀਕ ਮੁਹੰਮਦ ਖਾਲਿਦ, ਇੱਕ ਆਖਰੀ ਸਵਾਲ ਕਰਨਾ ਚਾਹੁੰਦਾ, ਐਸਕੇਐਮ ਨੂੰ ਆਪਣਾ ਸੰਵਿਧਾਨ ਬਣਾਉਣਾ ਚਾਹੀਦਾ ਪੱਕੇ ਤੌਰ ਤੇ ਜਿਹੜਾ ਪਬਲਿਕ ਡੋਮੇਨ ਦੇ ਵਿੱਚ ਪਿਆ ਹੋਵੇ, ਜਿਹਨੂੰ ਹਰ ਕੋਈ ਪੜ੍ਹ ਸਕੇ, ਬਣਾਉਣਾ ਚਾਹੀਦਾ? ਦੇਖੋ ਐਸਕੇਐਮ ਨੂੰ ਆਪਣਾ ਸੰਵਿਧਾਨ ਬਣਾਉਣਾ ਚਾਹੀਦਾ ਹੈ, ਲੇਕਿਨ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਜਿਹਨੂੰ ਕਹਿੰਦੇ ਆ ਸਪੇਡ ਵਰਕ ਪਰ ਕਰਨਾ ਪਏਗਾ ਕਿ ਉਹਦੇ ਪੈਰਾਮੀਟਰਸ ਕੀ ਹੋਣਗੇ, ਉਹਦੇ ਪਾਲਿਸੀ ਪ੍ਰੋਗਰਾਮ ਕੀ ਹੋਏਗਾ, ਔਰ ਕਿਆ ਇਹ ਜਿਹੜਾ ਪਾਲਿਸੀ ਪ੍ਰੋਗਰਾਮ ਹੈ ਉਹ ਨੈਸ਼ਨਲ ਲੈਵਲ ਤੇ ਹੋਏਗਾ, ਔਰ ਉਹ ਪੈਰਾਮੀਟਰਸ ਕੀ ਹੋਣਗੇ, ਔਰ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਕਿਵੇਂ ਹੋਏਗੀ ਕਿਸਾਨਾਂ ਦੀ ਵੱਖ-ਵੱਖ। ਇਹਦੇ ਵਾਸਤੇ ਕਾਫੀ ਜ਼ਿਆਦਾ ਮਿਹਨਤ ਕਰਨੀ ਪਏਗੀ, ਤਾਂ ਹੋ ਸਕਦਾ ਹੈ, ਅਦਰਵਾਈਜ਼ ਇਹ ਫਲॉप ਹੋ ਜਾਏਗਾ। ਚਲੋ ਹਰਨੇਕ ਸਿੰਘ ਮਹਿਮਾ, ਐਸਕੇਐਮ ਸਮੇਂ ਤੇ ਕੋਈ ਐਸੀਆਂ ਮੁਸ਼ਕਲਾਂ ਆ ਸਕਦੀਆਂ ਨੇ ਜਿਨ੍ਹਾਂ ਤੇ ਸਾਰਿਆਂ ਦੀ ਸਾਂਝੀ ਇੱਕੋ ਸਮਝ ਬਣਦੀ ਹੋ ਸਕਦੀ ਏ, ਤਾਂ ਉਸ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ ਇਸ ਸੰਯੁਕਤ ਮੋਰਚੇ ਦੇ ਬੈਨਰ ਹੇਠ ਲੜਿਆ ਜਾ ਸਕਦਾ ਹੈ। ਬੇਸ਼ੱਕ ਤੁਹਾਡੇ ਕਹੇ ਅਨੁਸਾਰ ਉਹਦੇ ਏਜੰਡੇ ਦੀ, ਉਹਦੇ ਵਿਧਾਨ ਦੀ ਲੋੜ ਤਾਂ ਹੈ ਆ, ਪਰ ਜੇ ਉਹਨੂੰ ਬਹੁਤ ਵਿਸ਼ਾਲ ਅਸੀਂ ਨਹੀਂ ਵੀ ਰੂਪ ਦੇ ਸਕਦੇ, ਤਾਂ ਘੱਟ ਤੋਂ ਘੱਟ ਕੁਝ ਨੁਕਤਿਆਂ ਤੇ ਨੂੰ ਸੰਵਿਧਾਨ ਨੂੰ ਬਣਾ ਕੇ ਕਿਸੇ ਇੱਕ ਸਮਝ ਤੇ, ਕਿਸੇ ਇੱਕ ਘੱਟੋ ਘੱਟ ਸਾਂਝੇ ਪ੍ਰੋਗਰਾਮ ਤੇ ਅਸੀਂ ਲੜ ਸਕਦੇ ਹਾਂ। ਚਲੋ ਇਹਦੇ 'ਚ ਕੋਈ ਸ਼ੱਕ ਨਹੀਂ। ਕਮਲਜੀਤ ਸਿੰਘ, ਐਸਕੇਐਮ ਸੰਵਿਧਾਨ ਹੋਣਾ ਚਾਹੀਦਾ? ਦੇਖੋ ਮੈਨੂੰ ਲੱਗਦਾ ਆਲਰੇਡੀ ਐਸਕੇਐਮ ਜਿਹੜਾ ਹੈਗਾ ਉਹ ਕੁਝ ਨਿਯਮਾਂ ਕਾਨੂੰਨਾਂ ਦੇ ਮੁਤਾਬਕ ਚੱਲਦਾ ਹੈ, ਇਸੇ ਕਰਕੇ ਟਿਕਿਆ ਹੋਇਆ ਹੈ। ਸਿਰਫ ਇੰਨਾ ਹੀ ਹੈ ਕਿ ਜੇ ਉਹ ਨਿਯਮ ਕਾਨੂੰਨ ਕਿਸੇ ਸੰਵਿਧਾਨ ਦਾ ਨਾਂ ਦੇ ਕੇ ਦਰਜ ਨਹੀਂ ਕੀਤੇ ਗਏ, ਉਹਦੇ ਕਰਕੇ ਲੱਗਦਾ। ਤੇ ਮੈਨੂੰ ਲੱਗਦਾ ਜਿਵੇਂ ਜਿਵੇਂ ਅਸੀਂ ਅੱਗੇ ਚੱਲ ਰਹੇ ਹਾਂ, ਉਹਨਾਂ ਚੋਂ ਜਿਹੜੇ ਨਿਯਮ ਕਾਨੂੰਨ ਲਗਾਤਾਰ ਟੈਸਟਿੰਗ ਦੇ ਵਿੱਚ ਸਹੀ ਸਾਬਤ ਹੋ ਰਹੇ ਨੇ, ਉਹਨਾਂ ਨੂੰ ਕਿਸੇ ਨੇ ਰਿਟਨ 'ਚ ਵੀ ਕਰ ਲਿਆ ਜਾਏਗਾ। ਮੈਂ ਸਵਾਲ ਇਸ ਕਰਕੇ ਹਰ ਆਮ ਲੋਕ ਹੈ ਜਿਹੜਾ ਉਹ ਤੁਹਾਡੀਆਂ ਸ਼ਰਤਾਂ, ਤੁਹਾਡਾ ਸੰਵਿਧਾਨ ਜੋ ਵੀ ਤੁਸੀਂ ਖਰੜਾ ਜਾਣਨਾ ਚਾਹੁੰਦਾ ਪੜ੍ਹ ਸਕਣ, ਉਹਨਾਂ ਨੂੰ ਪਤਾ ਹੋਵੇ। ਤੁਸੀਂ ਕਹਿ ਰਹੇ ਹੋ ਉਸ ਦੇ ਨਿਸ਼ਾਨੇ ਜਿਹੜੇ ਨੇ ਉਹ ਰੱਖੇ ਜਾਣ, ਤੇ ਮੈਨੂੰ ਲੱਗਦਾ ਉਹੀ ਸਾਫ਼ ਹੁੰਦੇ ਜਾ ਰਹੇ ਨੇ। ਜਿਵੇਂ ਹੁਣੇ ਤੁਸੀਂ ਫੈਡਰਲ ਸਟਰਕਚਰ ਦੀ ਗੱਲ ਕੀਤੀ, ਮੈਨੂੰ ਲੱਗਦਾ ਫੈਡਰਲ ਸਟਰਕਚਰ ਦਾ ਮਸਲਾ ਜਦੋਂ ਤੱਕ ਐਸਕੇਐਮ ਦਾ ਸਵਾਲ ਹੈ, ਉਹਦੇ ਤੇ ਸਾਡੀਆਂ ਸਭ ਦੀਆਂ ਰਾਇਆਂ ਨੇ। ਜਿਵੇਂ ਮੈਂ ਅਸੀਂ ਹਾਮੀ ਆ ਵੀ ਫੈਡਰਲ ਸਟਰਕਚਰ ਬਹੁਤ ਮਜ਼ਬੂਤ ਹੋਣਾ ਚਾਹੀਦਾ, ਬਲਕਿ ਜਿੰਨਾ ਹਲੇ ਫੈਡਰਲ ਹੈ ਇਸ ਤੋਂ ਕਿਤੇ ਜ਼ਿਆਦਾ ਫੈਡਰਲ ਹੋਣ ਦੀ ਲੋੜ ਹੈ। ਉਹਦੇ ਗੁਪਤ ਜਿਹੜੇ ਉਹਦੇ ਤੇ ਅਟੈਕ ਕੀਤੇ ਜਾਂਦੇ ਨੇ, ਬੈਕਡੋਰ ਅਟੈਕ ਰੋਕਣੇ ਚਾਹੀਦੇ ਨੇ। ਲੇਕਿਨ ਐਸਕੇਐਮ ਦੇ ਵਿੱਚ ਇਹਨੂੰ ਜਦੋਂ ਅਸੀਂ ਡਿਸਕਸ ਕੀਤਾ, ਤਾਂ ਇਸ ਨੁਕਤਾ ਨਿਗਾਹ ਤੋਂ ਡਿਸਕਸ ਕੀਤਾ ਕਿ ਅਸੀਂ ਸਰਕਾਰ ਦੀ ਦਲੀਲ ਨੂੰ ਸਰਕਾਰ ਦੇ ਟੱਕਰ ਦੇ ਉੱਤੇ ਰੱਖਿਆ ਕਿ ਸੰਵਿਧਾਨ ਜਿਹੜਾ ਹੈਗਾ ਉਹ ਫੈਡਰਲ ਸਟਰਕਚਰ ਦੀ ਦਾਅਵਾ ਕਰਦਾ ਹੈ, ਤੇ ਤੁਸੀਂ ਕਾਨੂੰਨ ਜਿਹੜਾ ਹੈਗਾ ਉਹ ਫੈਡਰਲ ਸਟਰਕਚਰ ਨੂੰ ਤੋੜਨ ਵਾਲਾ ਲੈ ਕੇ ਆਏ ਹੋ। ਸੋ ਅਸੀਂ ਆਪਣੇ ਕਾਨੂੰਨਾਂ ਦੇ ਗਲਤ ਹੋਣ ਦੀ ਇੱਕ ਦਲੀਲ ਦੇ ਤੌਰ ਤੇ ਫੈਡਰਲ ਸਟਰਕਚਰ ਨੂੰ ਡਿਸਕਸ ਕੀਤਾ। ਇੰਨਾ ਹੀ ਪ੍ਰੀਵਿਊ ਸੀ ਉੱਥੇ ਸਾਡਾ। ਚਲੋ ਬਹੁਤ ਧੰਨਵਾਦ ਕਮਲਜੀਤ ਸਿੰਘ ਤੁਹਾਡਾ, ਮੁਹੰਮਦ ਖਾਲਿਦ ਤੁਹਾਡਾ ਬਹੁਤ ਧੰਨਵਾਦ, ਹਰਨੇਕ ਸਿੰਘ ਮਹਿਮਾ ਤੁਹਾਡਾ ਬਹੁਤ ਧੰਨਵਾਦ। ਮੇਰੇ ਤਾਂ ਤਿੰਨੇ ਮਹਿਮਾਨਾਂ ਨੇ ਜੋ ਕੁਝ ਇਸ ਚਰਚਾ ਦੇ ਵਿੱਚ ਰੱਖ ਦਿੱਤਾ, ਉਹ ਚਰਚਾ ਜਿਹੜੀ ਸੰਯੁਕਤ ਕਿਸਾਨ ਮੋਰਚੇ ਤੱਕ ਵੀ ਪਹੁੰਚੇਗੀ, ਉਹ ਵੀ ਸੁਣੇਗਾ, ਤੇ ਜਿਹੜਾ ਉਹਨਾਂ ਨੇ ਵਰਕਆਊਟ ਕਰਨਾ, ਜਿਹੜਾ ਫਤਿਹ ਤੋਂ ਅੱਗੇ ਕਿਹੜੀ ਜੰਗ ਹੈ, ਉਹ ਜੰਗ ਦੇ ਲਈ ਮੈਦਾਨ ਵੀ ਤਿਆਰ ਹੋ ਜਾਵੇਗਾ। ਜੇ ਇਹ ਚਰਚਾ, ਬਹਿਸਾਂ, ਸੰਵਾਦ ਹੁੰਦੇ ਰਹਿਣਗੇ ਤਾਂ ਹੀ ਪਤਾ ਲੱਗੇਗਾ ਫਤਿਹ ਦੇ ਵਿੱਚ ਅਸਲ ਵਿੱਚ ਜੰਗ ਕਿਹੜੀ ਬਾਕੀ ਹੈਗੀ ਆ, ਜਾਂ ਸਿਰਫ ਹੁਣ ਹੀ ਜਸ਼ਨ ਮਨਾ ਕੇ ਇਸ ਸਾਰੇ ਕਾਰਜ ਨੂੰ ਆ ਜਿਹੜਾ ਉਹ ਸੀਮਤ ਕਰਕੇ ਰੱਖਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ, ਜਾਂ ਉਹ ਕਿਹੜੀ ਸਿਆਸੀ ਧਿਰ ਹੈ ਜਿਹੜੀ ਇਸ ਐਸਕੇਐਮ ਨੂੰ ਵੰਡਣਾ ਚਾਹੁੰਦੀ ਹੈ ਤੇ ਉਹ ਸੋਸ਼ਲ ਮੀਡੀਆ ਤੇ ਇਹੋ ਜਿਹੀ ਬਹਿਸ ਛੇੜਦੀ ਪਈ। ਇਸੇ ਕਰਕੇ ਇਹ ਸਾਰੇ ਸਵਾਲ ਕੀਤੇ। ਬਹੁਤ ਧੰਨਵਾਦ।